ਪੰਡਤ ਦੁਰਗੋ ਨੇ ਗੁਰੂ ਅਮਰਦਾਸ ਜੀ ਕੋਲੋਂ ਕੀ ਮੰਗਿਆ? ਗੋਵਿੰਦੇ ਦੇ ਪੁੱਤਰ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਕਿਉਂ ਕੀਤਾ? ਬਾਦਸ਼ਾਹ ਅਕਬਰ ਨੂੰ ਗੁਰੂ ਅਮਰਦਾਸ ਜੀ ਨੇ ਕੀ ਆਦੇਸ਼ ਦਿੱਤੇ? ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਕੀ ਵਰ ਦਿੱਤੇ? ਕਿਉਂ ਗੁਰੂ ਅਮਰਦਾਸ ਜੀ ਨੇ ਲੰਗਰ ਛਕਣ ਵਾਲਿਆਂ ਵਾਸਤੇ ਇਨਾਮ ਰੱਖ ਦਿੱਤਾ? ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈਆਂ ਦੀ ਪ੍ਰੀਖਿਆ ਕਿਵੇਂ ਲਈ? ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਬਾਰੇ ਕੀ ਵਚਨ ਕੀਤੇ ਸਨ? ਗੁਰੂ ਅਮਰਦਾਸ ਜੀ ਦੇ ਆਖਰੀ ਬੋਲ ਕੀ ਸਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ ਅੱਜ ਦੀ ਸਾਡੀ ਇਸ ਵੀਡੀਓ ਦੇ ਵਿੱਚ। ਅਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਉੱਪਰ ਵੀਡੀਓ ਬਣਾ ਰਹੇ ਹਾਂ ਤੇ ਇਸ ਨਾਲ ਸੰਬੰਧਿਤ ਅਸੀਂ ਪਹਿਲਾਂ ਵੀ 2 ਭਾਗ ਬਣਾ ਕੇ ਅਪਲੋਡ ਕਰ ਚੁੱਕੇ ਹਾਂ। ਸੋ ਜਿਹੜੀ ਸੰਗਤ ਨੇ ਅਜੇ ਉਹ 2 ਭਾਗ ਨਹੀਂ ਦੇਖੇ, ਬੇਨਤੀ ਹੈ ਜੀ ਉਹ 2 ਭਾਗ ਵੀ ਜ਼ਰੂਰ ਦੇਖ ਲੈਣ। ਵੀਡੀਓ ਦੇ ਇੱਕ ਭਾਗ ਵਿੱਚ ਅਸੀਂ ਜ਼ਿਕਰ ਕੀਤਾ ਹੈ ਕਿ ਗੁਰੂ ਅਮਰਦਾਸ ਜੀ ਦਾ ਜੀਵਨ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਣ ਤੋਂ ਪਹਿਲਾਂ ਦਾ ਕਿਹੋ ਜਿਹਾ ਸੀ, ਅਤੇ ਅਗਲੇ 2 ਭਾਗਾਂ ਵਿੱਚ ਅਸੀਂ ਗੁਰੂ ਸਾਹਿਬ ਦੇ ਗੁਰੂ ਬਣ ਜਾਣ ਤੋਂ ਬਾਅਦ ਦੇ ਜੀਵਨ ਦੀ ਗੱਲ ਕਰ ਰਹੇ ਹਾਂ। ਅੱਜ ਦੀ ਇਹ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰੀ ਸੰਗਤ ਕੋਲੋਂ ਤੇ ਗੁਰੂ ਸਾਹਿਬ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ, ਕਿਉਂਕਿ ਵੀਡੀਓ ਬਣਾਉਣ ਲੱਗਿਆਂ ਗੁਰੂ ਸਾਹਿਬ ਦੇ ਜੀਵਨ ਦਾ ਅਧਿਐਨ ਕਰਨ ਲੱਗਿਆਂ ਸਾਡੇ ਕੋਲੋਂ ਬਹੁਤ ਸਾਰੀਆਂ ਸਾਖੀਆਂ, ਬਹੁਤ ਸਾਰੀਆਂ ਘਟਨਾਵਾਂ ਉੱਪਰ ਥੱਲੇ ਜਾਂ ਅੱਗੇ ਪਿੱਛੇ ਹੋ ਗਈਆਂ ਹੋਣਗੀਆਂ। ਇਸ ਲਈ ਸੰਗਤ ਅਤੇ ਗੁਰੂ ਸਾਹਿਬ ਅੱਗੇ ਬੇਨਤੀ ਹੈ ਜੀ, ਅਣਜਾਣ ਬੱਚਾ ਸਮਝ ਕੇ ਮਾਫ ਕਰਨ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ। ਅਸੀਂ ਵੀਡੀਓ ਦੇ ਪਹਿਲੇ ਭਾਗ ਵਿੱਚ ਪੰਡਤ ਦੁਰਗੋ ਦਾ ਜ਼ਿਕਰ ਕੀਤਾ ਸੀ। ਪੰਡਤ ਦੁਰਗੋ ਉਹ ਸੀ ਜਿਸ ਨੇ ਗੁਰੂ ਅਮਰਦਾਸ ਜੀ ਦੇ ਗੁਰੂ ਬਣਨ ਦੀ ਭਵਿੱਖਬਾਣੀ ਕੀਤੀ ਸੀ। ਪੰਡਤ ਦੁਰਗੋ ਨੇ ਕਿਹਾ ਸੀ ਕਿ ਤੁਸੀਂ ਇਸ ਦੁਨੀਆ ਦੇ ਸਭ ਤੋਂ ਵੱਡੇ ਬਾਦਸ਼ਾਹ ਬਣੋਗੇ ਤੇ ਜਾਂ ਫਿਰ ਉਸ ਪਦਵੀ ਤੇ ਪਹੁੰਚ ਜਾਓਗੇ ਕਿ ਦੁਨੀਆ ਦੇ ਵੱਡੇ ਵੱਡੇ ਬਾਦਸ਼ਾਹ ਆ ਕੇ ਤੁਹਾਡੇ ਚਰਨੀ ਪਿਆ ਕਰਨਗੇ। ਤੇ ਅੱਜ ਪੰਡਤ ਦੁਰਗੋ ਦੀ ਇੱਕ ਭਵਿੱਖਬਾਣੀ ਸੱਚ ਹੋ ਗਈ ਸੀ। ਗੁਰੂ ਸਾਹਿਬ ਲਈ ਇਹ ਭਵਿੱਖਬਾਣੀ ਕਰਨ ਵਾਲਾ ਪੰਡਤ ਦੁਰਗੋ ਹੁਣ ਕਾਫੀ ਬਿਰਧ ਹੋ ਚੁੱਕਾ ਸੀ, ਕਿਉਂਕਿ ਸਮਾਂ ਵੀ ਕਾਫੀ ਬੀਤ ਚੁੱਕਾ ਸੀ। ਗੁਰੂ ਅਮਰਦਾਸ ਜੀ ਨੇ 12 ਸਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਹੈ ਤੇ ਅੱਜ ਉਹਨਾਂ ਨੂੰ ਗੁਰਤਾ ਗੱਦੀ ਉੱਪਰ ਬੈਠੇ ਵੀ ਕੁਝ ਸਾਲ ਲੰਘ ਚੁੱਕੇ ਸਨ। ਪੰਡਤ ਦੁਰਗੋ ਗੁਰੂ ਅਮਰਦਾਸ ਜੀ ਨੂੰ ਮਨ ਹੀ ਮਨ ਯਾਦ ਕਰਦਾ ਹੈ ਤੇ ਕਹਿੰਦਾ ਹੈ ਕਿ ਮਹਾਰਾਜ, ਹੁਣ ਮੈਂ ਬਜ਼ੁਰਗ ਹੋ ਚੁੱਕਾ ਹਾਂ, ਮੇਰੇ ਸਰੀਰ ਵਿੱਚ ਇੰਨੀ ਸਮਰੱਥਾ ਨਹੀਂ ਕਿ ਮੈਂ ਚੱਲ ਕੇ ਗੋਇੰਦਵਾਲ ਸਾਹਿਬ ਵਿਖੇ ਆ ਸਕਾਂ ਆਪ ਜੀ ਦੇ ਦਰਸ਼ਨਾਂ ਵਾਸਤੇ। ਇਸ ਲਈ ਆਪ ਜੀ ਕਿਰਪਾ ਕਰੋ, ਆਪ ਮੇਰੇ ਘਰ ਆਓ, ਮੈਨੂੰ ਦਰਸ਼ਨ ਦਿਓ, ਮੈਂ ਆਪ ਜੀ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹਾਂ। ਪੰਡਤ ਦੁਰਗੋ ਦੀ ਕੀਤੀ ਮਨ ਅੰਦਰ ਇਹ ਅਰਦਾਸ ਗੁਰੂ ਅਮਰਦਾਸ ਜੀ ਤੱਕ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਇਲਾਹਾਬਾਦ ਤ੍ਰਿਵੇਣੀ ਸੰਗਮ ਵਾਸਤੇ ਨਿਕਲ ਜਾਂਦੇ ਹਨ, ਜਿੱਥੇ ਪੰਡਤ ਦੁਰਗੋ ਦਾ ਘਰ ਹੁੰਦਾ ਹੈ। ਇੱਥੋਂ ਇੱਕ ਗੱਲ ਸਾਨੂੰ ਸਿੱਖਣ ਨੂੰ ਮਿਲਦੀ ਹੈ ਕਿ ਮਨ ਅੰਦਰ ਸੱਚੇ ਦਿਲੋਂ ਕੀਤੀ ਗਈ ਅਰਦਾਸ ਗੁਰੂ ਤੱਕ ਜ਼ਰੂਰ ਪਹੁੰਚਦੀ ਹੈ, ਜਿਵੇਂ ਪੰਡਤ ਦੁਰਗੋ ਦੀ ਅਰਦਾਸ ਪਹੁੰਚੀ ਸੀ ਗੁਰੂ ਅਮਰਦਾਸ ਜੀ ਤੱਕ। ਗੁਰੂ ਅਮਰਦਾਸ ਜੀ ਪੰਡਤ ਦੁਰਗੋ ਦੇ ਘਰ ਦੇ ਬਾਹਰ ਪਹੁੰਚ ਕੇ ਉਸ ਨੂੰ ਆਵਾਜ਼ ਦਿੰਦੇ ਹਨ, ਦੁਰਗੋ, ਉਹ ਭਾਈ ਦੁਰਗੋ। ਅੰਦਰ ਬੈਠਾ ਪੰਡਤ ਦੁਰਗੋ ਵੀ ਗੁਰੂ ਅਮਰਦਾਸ ਜੀ ਦੀ ਆਵਾਜ਼ ਨੂੰ ਪਛਾਣ ਲੈਂਦਾ ਹੈ ਤੇ ਗੁਰੂ ਸਾਹਿਬ ਨੂੰ ਅੰਦਰ ਆਉਣ ਵਾਸਤੇ ਬੇਨਤੀ ਕਰਦਾ ਹੈ। ਕੁਝ ਸਮਾਂ ਗੱਲਾਂ ਬਾਤਾਂ ਕਰਨ ਤੋਂ ਬਾਅਦ, ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਦੁਰਗੋ, ਮੰਗੋ ਕੀ ਮੰਗਦੇ ਹੋ, ਸਾਨੂੰ ਤੁਹਾਡੇ ਨਾਲ ਕੀਤਾ ਹੋਇਆ ਵਾਅਦਾ ਯਾਦ ਹੈ। ਤਾਂ ਪੰਡਤ ਦੁਰਗੋ ਕਹਿੰਦਾ ਹੈ ਕਿ ਮਹਾਰਾਜ, ਮੈਂ ਅਕਸਰ ਸੋਚਦਾ ਸੀ ਕਿ ਜੇਕਰ ਤੁਸੀਂ ਬਾਦਸ਼ਾਹ ਬਣ ਗਏ ਤਾਂ ਮੈਂ ਤੁਹਾਡੇ ਕੋਲੋਂ ਬਹੁਤ ਸਾਰੀ ਧਨ ਦੌਲਤ ਜਗੀਰਾਂ ਮੰਗ ਲਵਾਂਗਾ, ਜਿਸ ਨਾਲ ਮੇਰੀ ਬਾਕੀ ਦੀ ਰਹਿੰਦੀ ਜ਼ਿੰਦਗੀ ਬੜੇ ਆਰਾਮ ਨਾਲ ਲੰਘ ਜਾਵੇ, ਸੁਖੀ ਸਾਂਦੀ ਲੰਘ ਜਾਵੇ। ਪਰ ਜੇਕਰ ਤੁਸੀਂ ਕੋਈ ਅਵਤਾਰੀ ਪੁਰਸ਼ ਬਣ ਗਏ ਤਾਂ ਮੈਂ ਤੁਹਾਡੇ ਕੋਲੋਂ ਮੁਕਤੀ ਮੰਗਾਂਗਾ। ਪਰ ਮਹਾਰਾਜ, ਹੁਣ ਤਾਂ ਤੁਹਾਡੇ ਹੱਥ ਵਿੱਚ ਦੋਨੋਂ ਚੀਜ਼ਾਂ ਨੇ ਤੇ ਮੇਰੇ ਕੋਲ ਮੰਗਣ ਵਾਸਤੇ ਸਿਰਫ ਇੱਕ ਚੀਜ਼ ਹੈ, ਕਿਉਂਕਿ ਮੈਂ ਇੱਕ ਗੱਲ ਦਾ ਵਾਅਦਾ ਕੀਤਾ ਸੀ। ਪਰ ਹੁਣ ਮੈਂ ਸੋਚਦਾ ਹਾਂ ਕਿ ਜੇਕਰ ਮੈਂ ਤੁਹਾਡੇ ਕੋਲੋਂ ਦੌਲਤ ਮੰਗ ਰਹੀ ਤਾਂ ਉਹ ਤਾਂ ਕੁਝ ਸਮਾਂ ਹੀ ਰਹੇਗੀ, ਜਦ ਤੱਕ ਮੇਰੀ ਜ਼ਿੰਦਗੀ ਹੈ। ਪਤਾ ਨਹੀਂ 2, 4 ਸਾਲ, 5 ਸਾਲ ਕਦ ਤੱਕ ਹੈ ਤੇ ਉਸ ਤੋਂ ਬਾਅਦ ਇਹ ਸਭ ਇੱਥੇ ਹੀ ਰਹਿ ਜਾਣਾ ਹੈ। ਤੇ ਫਿਰ ਮੈਂ ਸੋਚਦਾ ਹਾਂ ਕਿ ਤੁਹਾਡੇ ਕੋਲੋਂ ਮੁਕਤੀ ਮੰਗ ਲਵਾਂ, ਪਰ ਫਿਰ ਮੁਕਤੀ ਤਾਂ ਮਰਨ ਤੋਂ ਬਾਅਦ ਮਿਲਦੀ ਹੈ ਤੇ ਉਸ ਤੋਂ ਪਹਿਲਾਂ ਦਾ ਜੀਵਨ ਮੇਰਾ ਬਿਨਾਂ ਧਨ ਦੌਲਤ ਤੋਂ ਕਿਵੇਂ ਦਾ ਬਤੀਤ ਹੋਵੇਗਾ, ਮੈਂ ਇਹ ਵੀ ਸੋਚਦਾ ਹਾਂ। ਤਾਂ ਗੁਰੂ ਅਮਰਦਾਸ ਜੀ ਪੁੱਛਦੇ ਹਨ ਕਿ ਫਿਰ ਪੰਡਤ ਦੁਰਗੋ, ਹੁਣ ਤੂੰ ਦੱਸ ਕੀ ਕਰਨਾ ਹੈ? ਤਾਂ ਪੰਡਤ ਦੁਰਗੋ ਕਹਿੰਦਾ ਹੈ ਕਿ ਮਹਾਰਾਜ, ਜੇਕਰ ਦਇਆ ਦੇ ਘਰ ਵਿੱਚ ਆਏ ਹੋ ਤਾਂ ਆਪ ਜੀ ਕਿਰਪਾ ਕਰੋ, ਮੈਨੂੰ ਇਹ ਦੋਵੇਂ ਚੀਜ਼ਾਂ ਹੀ ਬਖਸ਼ ਦਿਓ। ਮੈਂ ਤੁਹਾਡੇ ਕੋਲੋਂ ਮੁਕਤੀ ਵੀ ਚਾਹੁੰਦਾ ਹਾਂ ਤੇ ਧਨ ਦੌਲਤ ਵੀ। ਗੁਰੂ ਅਮਰਦਾਸ ਜੀ ਦਿਆਲੂ ਹੁੰਦੇ ਹੋਏ ਪੰਡਤ ਦੁਰਗੋ ਨੂੰ ਇਹ ਦੋਵੇਂ ਚੀਜ਼ਾਂ ਦੇਣ ਦਾ ਵਚਨ ਕਰਦੇ ਹਨ ਕਿ ਜਦ ਤੱਕ ਤੇਰੇ ਸਵਾਸ ਹਨ, ਤੇਰੇ ਕੋਲੋਂ ਧਨ ਦੌਲਤ ਦੀ ਕਮੀ ਨਹੀਂ ਹੁੰਦੀ ਅਤੇ ਤੇਰੇ ਮਰਨ ਤੋਂ ਬਾਅਦ ਤੇਰੀ ਮੁਕਤੀ ਦੀ ਜ਼ਿੰਮੇਵਾਰੀ ਵੀ ਹੁਣ ਗੁਰੂ ਨਾਨਕ ਦੇ ਘਰ ਦੀ ਹੈ। ਵੀਡੀਓ ਦੇ ਦੂਸਰੇ ਭਾਗ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਉਸ ਸਮੇਂ ਦੇ ਕੁਝ ਪੰਡਤ ਗੁਰੂ ਅਮਰਦਾਸ ਜੀ ਨਾਲ ਈਰਖਾ ਰੱਖਣ ਲੱਗ ਪਏ ਸਨ, ਕਿਉਂਕਿ ਬਹੁਤ ਸਾਰੀ ਸੰਗਤ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਦੇ ਕੋਲ ਆਉਣ ਲੱਗ ਪਈ ਸੀ, ਜਿਸ ਕਰਕੇ ਉਹਨਾਂ ਪੰਡਤਾਂ ਦਾ ਕੰਮ ਠੱਪ ਹੁੰਦਾ ਜਾ ਰਿਹਾ ਸੀ। ਫਿਰ ਉਹਨਾਂ ਨੇ ਇਸ ਗੱਲ ਦਾ ਹੱਲ ਲੱਭਣ ਵਾਸਤੇ ਗੋਇੰਦੇ ਦੇ ਪੁੱਤਰ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਗੋਵਿੰਦਾ ਉਹ ਸੀ ਜਿਸ ਨੇ ਗੋਇੰਦਵਾਲ ਸਾਹਿਬ ਨੂੰ ਵਸਾਉਣ ਵਾਸਤੇ ਜ਼ਮੀਨ ਗੁਰੂ ਘਰ ਨੂੰ ਭੇਟ ਕੀਤੀ ਸੀ ਤੇ ਉਸ ਦੇ ਨਾਮ ਉੱਪਰ ਹੀ ਸ਼੍ਰੀ ਗੋਇੰਦਵਾਲ ਸਾਹਿਬ ਦਾ ਨਾਮ ਗੋਇੰਦਵਾਲ ਰੱਖਿਆ ਗਿਆ ਸੀ। ਪੰਡਤਾਂ ਦੇ ਭੜਕਾਉਣ ਤੋਂ ਬਾਅਦ ਗੋਵਿੰਦੇ ਦਾ ਪੁੱਤਰ ਗਵਰਨਰ ਖਿਜਰ ਖਵਾਜਾ ਖਾਨ ਕੋਲ ਜਾਂਦਾ ਹੈ ਤੇ ਗੁਰੂ ਅਮਰਦਾਸ ਜੀ ਉੱਪਰ ਮੁਕੱਦਮਾ ਕਰਦਾ ਹੈ ਕਿ ਉਹਨਾਂ ਨੇ ਉਸਦੇ ਪੁਰਖਾਂ ਦੀ ਜ਼ਮੀਨ ਧੱਕੇ ਨਾਲ ਨੱਪ ਕੇ ਰੱਖੀ ਹੋਈ ਹੈ ਤੇ ਉਸ ਦੇ ਉੱਪਰ ਇੱਕ ਨਗਰ ਵਸਾ ਲਿਆ ਹੈ। ਗਵਰਨਰ ਖਿਜਰ ਖਵਾਜਾ ਖਾਨ ਜਦੋਂ ਇਸ ਗੱਲ ਦੀ ਤਹਿਕੀਕਾਤ ਕਰਵਾਉਂਦਾ ਹੈ ਤਾਂ ਉਸ ਨੂੰ ਗੁਰੂ ਅਮਰਦਾਸ ਜੀ ਦੇ ਖਿਲਾਫ ਕੋਈ ਵੀ ਇੱਕ ਪੁਖਤਾ ਸਬੂਤ ਨਹੀਂ ਮਿਲਦਾ, ਜਿਸ ਤੋਂ ਬਾਅਦ ਉਹ ਗੋਵਿੰਦੇ ਦੇ ਪੁੱਤਰ ਦਾ ਇਹ ਮੁਕੱਦਮਾ ਰੱਦ ਕਰ ਦਿੰਦਾ ਹੈ ਤੇ ਉਸ ਨੂੰ ਕਾਫੀ ਫਟਕਾਰ ਲਗਾਉਂਦਾ ਹੈ। ਇਸ ਤੋਂ ਬਾਅਦ ਗੋਵਿੰਦੇ ਦਾ ਪੁੱਤਰ ਦਿੱਲੀ
ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਪੇਸ਼ ਹੁੰਦਾ ਹੈ। ਉਹ ਆਪਣੇ ਨੌਕਰ ਨੂੰ ਨੀਲੇ ਅਤੇ ਕਾਲੇ ਕੱਪੜੇ ਪਵਾ ਕੇ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਲੈ ਜਾਂਦਾ ਹੈ ਤੇ ਗੁਰੂ ਅਮਰਦਾਸ ਜੀ ਖਿਲਾਫ ਸ਼ਿਕਾਇਤ ਕਰਦਾ ਹੈ। ਬਾਦਸ਼ਾਹ ਅਕਬਰ ਵੀ ਜਦੋਂ ਇਸ ਗੱਲ ਦੀ ਛਾਣਬੀਣ ਕਰਵਾਉਂਦਾ ਹੈ ਤਾਂ ਉਸ ਨੂੰ ਵੀ ਗੁਰੂ ਅਮਰਦਾਸ ਜੀ ਖਿਲਾਫ ਕੁਝ ਵੀ ਨਹੀਂ ਲੱਭਦਾ ਤੇ ਇਸ ਤੋਂ ਬਾਅਦ ਉਹ ਗੋਵਿੰਦੇ ਦੇ ਪੁੱਤਰ ਤੇ ਉਸਦੇ ਨੌਕਰ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਦਿੱਲੀ ਤੋਂ ਵਾਪਸ ਗੋਇੰਦਵਾਲ ਭੇਜ ਦਿੰਦੇ ਹਨ। ਗੋਵਿੰਦੇ ਤੇ ਉਸਦੇ ਨੌਕਰ ਦੇ ਮੂੰਹ ਕਾਲੀ ਵਾਲੀ ਘਟਨਾ ਦਾ ਜ਼ਿਕਰ ਗੁਰੂ ਰਾਮਦਾਸ ਜੀ ਦੇ ਇੱਕ ਸ਼ਬਦ ਜੋ ਉਹਨਾਂ ਨੇ ਰਾਗ ਗੌੜੀ ਵਿੱਚ ਉਚਾਰਨ ਕੀਤਾ ਸੀ ਉਸ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਗੋਵਿੰਦਾ ਤੇ ਉਸਦਾ ਨੌਕਰ ਸਾਰੇ ਜਗਤ ਦੀ ਕਾਲਖ ਆਪਣੇ ਮੂੰਹ ਨੂੰ ਲਵਾ ਕੇ ਵਾਪਸ ਗੋਇੰਦਵਾਲ ਸਾਹਿਬ ਆਏ ਸਨ। ਇਸ ਤਰ੍ਹਾਂ 2 ਵਾਰ ਬਦਨਾਮੀ ਹੋ ਜਾਣ ਤੋਂ ਬਾਅਦ, ਮੂੰਹ ਕਾਲਾ ਹੋ ਜਾਣ ਤੋਂ ਬਾਅਦ ਗੋਵਿੰਦਾ ਦਾ ਪੁੱਤਰ ਗੁਰੂ ਅਮਰਦਾਸ ਜੀ ਦਾ ਵਿਰੋਧ ਕਰਨਾ ਛੱਡ ਦਿੰਦਾ ਹੈ। ਮੂੰਹ ਕਾਲਾ ਹੋ ਜਾਣ ਤੋਂ ਬਾਅਦ, ਇੰਨੀ ਬੇਇੱਜ਼ਤੀ ਹੋ ਜਾਣ ਤੋਂ ਬਾਅਦ ਗੋਵਿੰਦੇ ਦੇ ਪੁੱਤਰ ਨੇ ਤਾਂ ਗੁਰੂ ਅਮਰਦਾਸ ਜੀ ਦਾ ਵਿਰੋਧ ਕਰਨਾ ਛੱਡ ਦਿੱਤਾ, ਪਰ ਜਿਨ੍ਹਾਂ ਪੰਡਤਾਂ ਨੇ ਗੋਵਿੰਦੇ ਦੇ ਪੁੱਤਰ ਨੂੰ ਭੜਕਾਇਆ ਸੀ ਉਹ ਪੰਡਤ ਅਜੇ ਵੀ ਨਾ ਟਲੇ। ਅਕਤੂਬਰ 1566 ਵਿੱਚ ਜਦੋਂ ਬਾਦਸ਼ਾਹ ਅਕਬਰ ਲਾਹੌਰ ਆਉਂਦਾ ਹੈ ਤਾਂ ਉਹ ਪੰਡਤ ਇਕੱਠੇ ਹੋ ਕੇ ਬਾਦਸ਼ਾਹ ਅਕਬਰ ਦੇ ਦਰਬਾਰ ਵਿੱਚ ਪਹੁੰਚ ਜਾਂਦੇ ਹਨ ਗੁਰੂ ਅਮਰਦਾਸ ਜੀ ਖਿਲਾਫ ਸ਼ਿਕਾਇਤਾਂ ਕਰਨ ਵਾਸਤੇ। ਜਿਸ ਤੋਂ ਬਾਅਦ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਨੂੰ ਲਾਹੌਰ ਦਰਬਾਰ ਵਿੱਚ ਪੇਸ਼ ਹੋਣ ਦਾ ਸੱਦਾ ਭੇਜਦਾ ਹੈ ਤੇ ਇੱਧਰ ਗੁਰੂ ਅਮਰਦਾਸ ਜੀ ਆਪਣੀ ਜਗ੍ਹਾ ਤੇ ਭਾਈ ਜੇਠਾ ਜੀ ਨੂੰ ਬਾਦਸ਼ਾਹ ਅਕਬਰ ਦੇ ਕੋਲ ਭੇਜਦੇ ਹਨ। ਭਾਈ ਜੇਠਾ ਜੀ ਬਾਦਸ਼ਾਹ ਅਕਬਰ ਦੀਆਂ ਸਾਰੀਆਂ ਗੱਲਾਂ ਦੇ ਜਵਾਬ ਦੇ ਕੇ ਬਾਦਸ਼ਾਹ ਅਕਬਰ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰ ਦਿੰਦੇ ਹਨ। ਜਿਸ ਤੋਂ ਬਾਅਦ ਬਾਦਸ਼ਾਹ ਅਕਬਰ ਉਹਨਾਂ ਪੰਡਤਾਂ ਨੂੰ ਚੰਗੀ ਤਰ੍ਹਾਂ ਝਾੜ ਲਾਉਂਦਾ ਹੈ। ਲਾਹੌਰ ਤੋਂ ਦਿੱਲੀ ਵਾਪਸ ਮੁੜਨ ਸਮੇਂ ਬਾਦਸ਼ਾਹ ਅਕਬਰ ਦੇ ਮਨ ਵਿੱਚ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਇੱਛਾ ਪੈਦਾ ਹੁੰਦੀ ਹੈ। ਜਿਸ ਤੋਂ ਬਾਅਦ ਉਹ ਗੋਇੰਦਵਾਲ ਸਾਹਿਬ ਵਿਖੇ ਆਉਂਦਾ ਹੈ। ਗੋਇੰਦਵਾਲ ਸਾਹਿਬ ਪਹੁੰਚ ਕੇ ਬਾਦਸ਼ਾਹ ਅਕਬਰ ਨੂੰ ਪਤਾ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਹੁਕਮ ਕੀਤਾ ਹੈ ਕਿ ਜੋ ਵੀ ਉਹਨਾਂ ਦੇ ਦਰਸ਼ਨਾਂ ਵਾਸਤੇ ਆਵੇ ਉਸ ਨੂੰ ਸਭ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਵੇਗਾ। ਜਿਸ ਤੋਂ ਬਾਅਦ ਬਾਦਸ਼ਾਹ ਅਕਬਰ ਨੇ ਪੰਗਤ ਵਿੱਚ ਬੈਠ ਕੇ ਸਾਰੀ ਸੰਗਤ ਦੇ ਨਾਲ ਲੰਗਰ ਛਕਿਆ। ਲੰਗਰ ਛਕਣ ਤੋਂ ਬਾਅਦ ਬਾਦਸ਼ਾਹ ਅਕਬਰ ਜਦੋਂ ਗੁਰੂ ਅਮਰਦਾਸ ਜੀ ਨੂੰ ਮਿਲਦਾ ਹੈ ਤਾਂ ਗੁਰੂ ਅਮਰਦਾਸ ਜੀ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਸ਼ਾਹੀ ਮਹਿਲ ਵਿੱਚ, ਆਪਣੇ ਸ਼ਾਹੀ ਭੋਜਨ ਵਿੱਚ ਮੈਨੂੰ ਕਦੀ ਇੰਨਾ ਸਵਾਦ ਨਹੀਂ ਆਇਆ ਜਿੰਨਾ ਸਵਾਦ ਮੈਨੂੰ ਤੁਹਾਡੇ ਲੰਗਰ ਦੇ ਦਾਲ, ਫੁਲਕੇ ਤੇ ਖੀਰ ਵਿੱਚ ਆਇਆ ਹੈ। ਮੈਂ ਤੁਹਾਡੇ ਲੰਗਰਾਂ ਦੇ ਨਾਮ ਤੇ ਕੁਝ ਜਗੀਰਾਂ ਲਗਾਉਣਾ ਚਾਹੁੰਦਾ ਹਾਂ। ਜਿਸ ਦੇ ਜਵਾਬ ਵਿੱਚ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰੂ ਕਾ ਇਹ ਲੰਗਰ ਸੰਗਤ ਦੀ 10 ਨੌਹਾਂ ਦੀ ਕਿਰਤ ਦੇ ਨਾਲ, ਦਸਵੰਧ ਦੇ ਨਾਲ ਚੱਲਦਾ ਹੈ। ਜੇਕਰ ਤੂੰ ਇਸ ਦੇ ਨਾਮ ਜਗੀਰਾਂ ਲਗਾ ਦੇਵੇਂਗਾ ਤੇ ਅੱਜ ਜੋ ਤੈਨੂੰ ਗੁਰੂ ਕੇ ਲੰਗਰਾਂ 'ਚ ਸਵਾਦ ਆਇਆ ਹੈ ਉਹ ਦੁਬਾਰਾ ਕਦੀ ਵੀ ਨਹੀਂ ਆਉਣਾ। ਪਰ ਫਿਰ ਵੀ ਜੇਕਰ ਤੂੰ ਕੁਝ ਦੇਣਾ ਚਾਹੁੰਦਾ ਹੈ ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਅਕਬਰ ਨੂੰ ਆਦੇਸ਼ ਦਿੱਤਾ ਕਿ ਆਪਣੇ ਰਾਜ ਵਿੱਚ ਸਤੀ ਪ੍ਰਥਾ ਨੂੰ ਬੰਦ ਕਰ ਦਿਓ, ਲੋਕਾਂ ਦੇ ਜਜ਼ੀਆ ਕਰ ਮਾਫ ਕਰ ਦਿਓ, ਉਹਨਾਂ ਦੇ ਤੀਰਥ ਟੈਕਸ ਨੂੰ ਹਟਾ ਦਿਓ, ਆਪਣੇ ਰਾਜ ਵਿੱਚ ਰਹਿੰਦੇ ਮੁਸਲਮਾਨਾਂ ਤੇ ਹਿੰਦੂਆਂ ਨੂੰ ਇੱਕ ਸਮਾਨ ਜਾਣੋ। ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਨਾਲ ਉਹਨਾਂ ਦੇ ਬਚਨਾਂ ਨੂੰ ਮੰਨਣ ਦਾ ਵਾਅਦਾ ਕਰਕੇ ਵਾਪਸ ਦਿੱਲੀ ਪਰਤ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਪ੍ਰੇਮੇ ਕੋੜੀ ਦੀ। ਭੈਰੋਵਾਲ ਦੀ ਧਰਮਸ਼ਾਲਾ ਦੇ ਵਿੱਚ ਇੱਕ ਪ੍ਰੇਮੇ ਨਾਂ ਦਾ ਕੋੜੀ ਰਹਿੰਦਾ ਸੀ। ਨਾਮ ਤੋਂ ਹੀ ਆਪ ਸਮਝ ਗਏ ਹੋਵੋਗੇ, ਕੋੜੀ ਤੋਂ ਭਾਵ ਕਿ ਉਸਦੇ ਸਰੀਰ ਨੂੰ ਕੋੜ ਪੈ ਚੁੱਕਾ ਸੀ। ਹੁਣ ਉਸਦੇ ਮਨ ਦੇ ਅੰਦਰ ਇਹ ਤਾਂ ਬਿਲਕੁਲ ਇੱਛਾ ਨਹੀਂ ਸੀ ਕਿ ਉਸਦਾ ਕੋੜ ਕਦੀ ਠੀਕ ਹੋਵੇ। ਉਸਨੇ ਆਪਣੇ ਆਪ ਨੂੰ ਸਵੀਕਾਰ ਕਰ ਲਿਆ ਸੀ। ਉਹ ਮੰਨ ਚੁੱਕਾ ਸੀ ਕਿ ਉਸਦਾ ਕੋੜ ਕਦੀ ਵੀ ਠੀਕ ਨਹੀਂ ਹੋਣ ਵਾਲਾ। ਹੁਣ ਉਹ ਧਰਮਸ਼ਾਲਾ 'ਚ ਬੈਠਾ ਸੀ ਤਾਂ ਸਿਰਫ ਇਸ ਕਰਕੇ ਕਿ ਉਸਨੂੰ 2 ਟਾਈਮ ਦੀ ਰੋਟੀ ਮਿਲਦੀ ਜਾਵੇ। ਇੱਕ ਵਾਰ ਭੈਰੋਵਾਲ ਦੀ ਸੰਗਤ ਇਕੱਠੀ ਹੋ ਕੇ ਸ਼੍ਰੀ ਗੋਇੰਦਵਾਲ ਸਾਹਿਬ ਜਾਣ ਲੱਗਦੀ ਹੈ ਤਾਂ ਉਹ ਸੰਗਤ ਨੂੰ ਪੁੱਛਦਾ ਹੈ ਕਿ ਆਪ ਕਿੱਥੇ ਜਾ ਰਹੇ ਹੋ। ਤਾਂ ਸੰਗਤ ਵਿੱਚ ਉਸ ਨੂੰ ਕੋਈ ਦੱਸਦਾ ਹੈ ਕਿ ਅਸੀਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ। ਤਾਂ ਪ੍ਰੇਮਾ ਕੋੜੀ ਸਹਿਜ ਜੀ ਉਹਨਾਂ ਨੂੰ ਪੁੱਛ ਲੈਂਦਾ ਹੈ ਕਿ ਉੱਥੇ ਲੰਗਰ ਮਿਲਦਾ ਹੈ। ਤਾਂ ਸੰਗਤ ਉਸ ਨੂੰ ਦੱਸਦੀ ਹੈ ਕਿ ਤੂੰ ਲੰਗਰ ਦੀ ਗੱਲ ਕਰਦਾ ਹੈ, ਉੱਥੇ ਤਾਂ ਦੇਸੀ ਘਿਓ ਦੀ ਬਣੀ ਹੋਈ ਖੀਰ 3 ਟਾਈਮ ਮਿਲਦੀ ਹੈ ਤੇ ਇਸ ਤੋਂ ਇਲਾਵਾ ਉੱਥੇ ਗੁਰੂ ਅਮਰਦਾਸ ਜੀ ਦੀਆਂ ਕਿਰਪਾਵਾਂ ਵੀ ਵਰਤਦੀਆਂ ਹਨ। ਪ੍ਰੇਮਾ ਕੋੜੀ ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣ ਕੇ ਸੰਗਤ ਦੇ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਜਾਂਦਾ ਹੈ। ਲੰਗਰ ਛਕਣ ਤੋਂ ਬਾਅਦ ਜਦੋਂ ਅੰਦਰ ਉਹ ਦਰਬਾਰ ਵਿੱਚ ਜਾਣ ਲੱਗਦਾ ਹੈ ਤਾਂ ਸੇਵਾਦਾਰ ਉਸ ਨੂੰ ਬਾਹਰ ਹੀ ਰੋਕ ਦਿੰਦੇ ਹਨ ਤੇ ਕਹਿੰਦੇ ਹਨ ਕਿ ਤੇਰੇ ਸਰੀਰ ਵਿੱਚੋਂ ਬਹੁਤ ਬਦਬੂ ਆ ਰਹੀ ਹੈ, ਤੂੰ ਸੰਗਤ ਵਿੱਚ ਅੰਦਰ ਜਾ ਕੇ ਬਦਬੂ ਫੈਲਾਏਂਗਾ, ਇਸ ਲਈ ਤੂੰ ਬਾਹਰ ਹੀ ਰੁਕ ਜਾ। ਤਾਂ ਪ੍ਰੇਮਾ ਕੋੜੀ ਕਹਿੰਦਾ ਹੈ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਹੈ, ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤਾਂ ਸੇਵਾਦਾਰ ਉਸ ਨੂੰ ਕਹਿੰਦੇ ਹਨ ਕਿ ਤੂੰ ਦਰਸ਼ਨ ਹੀ ਕਰਨਾ ਚਾਹੁੰਦਾ ਹੈ ਨਾ, ਤਾਂ ਤੂੰ ਇੱਕ ਕੰਮ ਕਰ, ਇੱਥੇ ਦਰਵਾਜ਼ੇ ਤੇ ਪਾਸੇ ਹੋ ਕੇ ਕਿਤੇ ਬਹਿ ਜਾ, ਕਿਉਂਕਿ ਗੁਰੂ ਸਾਹਿਬ ਇਸੇ ਦਰਵਾਜ਼ੇ ਥਾਣੀ ਆਉਂਦੇ ਹਨ। ਜਦੋਂ ਵੀ ਗੁਰੂ ਸਾਹਿਬ ਆਉਣਗੇ ਤੈਨੂੰ ਆਪਣੇ ਆਪ ਹੀ ਦਰਸ਼ਨ ਹੋ ਜਾਣਗੇ। ਪ੍ਰੇਮਾ ਕੋੜੀ ਸੇਵਾਦਾਰਾਂ ਦੀ ਗੱਲ ਮੰਨ ਕੇ ਬੂਹੇ ਵਿੱਚ ਇੱਕ ਪਾਸੇ ਹੋ ਕੇ ਬਹਿ ਜਾਂਦਾ ਹੈ। ਗੁਰੂ ਸਾਹਿਬ ਦੇ ਆਉਣ ਦਾ ਸਮਾਂ ਹੁੰਦਾ ਹੈ ਤਾਂ ਗੁਰੂ ਸਾਹਿਬ ਪਿਛਲੇ ਦਰਵਾਜ਼ੇ ਥਾਣੀ ਆ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ, ਸਤਸੰਗ ਕਰਕੇ, ਉਪਦੇਸ਼ ਦੇ ਕੇ ਪਿਛਲੇ ਦਰਵਾਜ਼ੇ ਥਾਣੀ ਹੀ ਵਾਪਸ ਚਲੇ ਜਾਂਦੇ ਹਨ। ਪ੍ਰੇਮਾ ਕੋੜੀ ਸੇਵਾਦਾਰਾਂ ਨੂੰ ਗੁਰੂ ਸਾਹਿਬ ਬਾਰੇ ਪੁੱਛਦਾ ਹੈ ਤਾਂ ਸੇਵਾਦਾਰ ਉਸ ਪ੍ਰੇਮੇ ਕੋੜੀ ਨੂੰ ਕਹਿੰਦੇ ਹਨ ਕਿ ਤੇਰੇ ਭਾਗ ਕਿੰਨੇ ਮਾੜੇ ਹਨ, ਤੈਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਅੱਜ। ਪਰ ਫਿਰ ਉਸ ਨੂੰ ਹੌਸਲਾ ਦਿੰਦੇ ਹਨ ਕਿ ਚੱਲ ਕੋਈ ਗੱਲ ਨਹੀਂ, ਕੱਲ੍ਹ ਜਦੋਂ ਗੁਰੂ ਸਾਹਿਬ ਆਉਣਗੇ ਤਾਂ ਤੂੰ ਕੱਲ੍ਹ ਉਹਨਾਂ ਦੇ ਦਰਸ਼ਨ ਕਰ ਲਵੀਂ। ਦੂਸਰੇ ਦਿਨ ਵੀ ਇਵੇਂ ਹੁੰਦਾ ਹੈ। ਗੁਰੂ ਸਾਹਿਬ ਪਿਛਲੇ ਬੂਹੇ ਥਾਣੀ ਆਉਂਦੇ ਹਨ, ਸੰਗਤਾਂ ਨੂੰ ਦਰਸ਼ਨ ਦੇ ਕੇ, ਉਪਦੇਸ਼ ਦੇ ਕੇ ਪਿਛਲੇ ਬੂਹੇ ਥਾਣੀ ਹੀ ਵਾਪਸ ਚਲੇ ਜਾਂਦੇ ਹਨ। ਸੇਵਾਦਾਰ ਫਿਰ ਉਸ ਨੂੰ ਕਹਿੰਦੇ ਹਨ ਕਿ ਤੇਰੇ ਭਾਗ ਤਾਂ ਸੱਚੀ ਬਹੁਤ ਮਾੜੇ ਹਨ, ਤੈਨੂੰ ਦੂਜੇ ਦਿਨ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਵੇ। ਪਰ ਫਿਰ ਉਸ ਨੂੰ ਕਹਿੰਦੇ ਹਨ ਕਿ ਚੱਲ ਕੋਈ ਨਹੀਂ, ਤੂੰ ਇੱਕ ਦਿਨ ਹੋਰ ਉਡੀਕ ਕਰ, ਗੁਰੂ ਸਾਹਿਬ ਕੱਲ੍ਹ ਜ਼ਰੂਰ ਤੈਨੂੰ ਦਰਸ਼ਨ ਦੇਣਗੇ। ਪਰ ਫਿਰ ਤੀਜੇ ਦਿਨ ਵੀ ਇੱਦਾਂ ਹੀ ਹੁੰਦਾ ਹੈ।
ਗੁਰੂ ਸਾਹਿਬ ਫਿਰ ਪਿਛਲੇ ਦਰਵਾਜ਼ੇ ਥਾਣੀ ਆਉਂਦੇ ਹਨ। ਸੰਗਤਾਂ ਨੂੰ ਦਰਸ਼ਨ ਦੇ ਕੇ ਤੇ ਪਿਛਲੇ ਦਰਵਾਜ਼ੇ ਥਾਣੀ ਹੀ ਚਲੇ ਜਾਂਦੇ ਹਨ। ਤਾਂ ਸੇਵਾਦਾਰ ਅੱਜ ਫਿਰ ਪ੍ਰੇਮੇ ਕੁੜੀ ਨੂੰ ਕਹਿੰਦੇ ਹਨ ਕਿ ਸੱਚਮੁੱਚ ਕਿਸੇ ਦੇ ਕਰਮ ਇੰਨੇ ਮਾੜੇ ਵੀ ਹੋ ਸਕਦੇ ਹਨ। ਤੇਰੇ ਹੱਥੋਂ ਪਤਾ ਨਹੀਂ ਕੀ ਗੁਨਾਹ ਹੋ ਗਿਆ ਹੈ ਜੋ ਗੁਰੂ ਸਾਹਿਬ ਤੈਨੂੰ ਦਰਸ਼ਨ ਦੇਣ ਲਈ ਆ ਹੀ ਨਹੀਂ ਰਹੇ। ਤਾਂ ਪ੍ਰੇਮਾ ਕੁੜੀ ਵਿਰਾਗ ਵਿੱਚ ਆ ਜਾਂਦਾ ਹੈ। ਉਹ ਬਹੁਤ ਰੋਂਦਾ ਹੈ ਤੇ ਕਹਿੰਦਾ ਹੈ ਕਿ ਮਹਾਰਾਜ, ਮੈਂ ਤਾਂ ਸੁਣਿਆ ਸੀ ਕਿ ਬਾਬੇ ਅਮਰਦਾਸ ਦੇ ਘਰੋਂ ਕੋਈ ਵੀ ਖਾਲੀ ਨਹੀਂ ਜਾਂਦਾ, ਪਰ ਅੱਜ ਮੈਂ ਤੇਰੇ ਦਰ ਤੋਂ ਖਾਲੀ ਮੁੜ ਰਿਹਾ ਹਾਂ। ਮੈਂ ਤੇਰੇ ਦਰਸ਼ਨ ਕੀਤੇ ਬਿਨਾਂ ਮੁੜ ਰਿਹਾ ਹਾਂ। ਇਹ ਤਾਨਾ ਮਾਰਦਾ ਹੋਇਆ ਪ੍ਰੇਮਾ ਕੋੜੀ ਉੱਠ ਕੇ ਜਦੋਂ 10 ਕੁ ਕਦਮ ਅੱਗੇ ਵੱਧਦਾ ਹੈ ਤਾਂ ਉਸ ਨੂੰ ਪਿੱਛੋਂ ਆਵਾਜ਼ ਦਿੰਦੀ ਹੈ, ਪ੍ਰੇਮਿਆ, ਓਏ ਪ੍ਰੇਮਿਆ। ਤਾਂ ਪ੍ਰੇਮਾ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਗੁਰੂ ਅਮਰਦਾਸ ਜੀ ਖੜ੍ਹੇ ਹੁੰਦੇ ਹਨ। ਤਾਂ ਗੁਰੂ ਅਮਰਦਾਸ ਜੀ ਉਸ ਨੂੰ ਕਹਿੰਦੇ ਹਨ ਕਿ ਅਸੀਂ ਤੇਰੀ 30 ਸਾਲ ਉਡੀਕ ਕੀਤੀ ਹੈ ਤੇ ਤੂੰ 3 ਦਿਨਾਂ ਵਿੱਚ ਹੀ ਅੱਕ ਗਿਆ ਤੇ ਸਾਨੂੰ ਮਿਹਣਾ ਮਾਰ ਦਿੱਤਾ ਹੈ। ਤਾਂ ਪ੍ਰੇਮਾ ਕਹਿੰਦਾ ਹੈ ਕਿ ਹੈ ਮਹਾਰਾਜ 30 ਸਾਲ? ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਹਾਂ, ਜਦੋਂ ਤੇਰਾ ਜਨਮ ਹੋਇਆ ਸੀ ਉਦੋਂ ਤੋਂ ਹੀ ਤੇਰਾ ਬਾਬੇ ਨਾਨਕ ਦੇ ਦਰ ਉੱਤੇ ਆਉਣਾ ਲਿਖਿਆ ਗਿਆ ਸੀ, ਪਰ ਤੈਨੂੰ ਇੱਥੋਂ ਤੱਕ ਪਹੁੰਚਦੇ 30 ਸਾਲ ਦਾ ਸਮਾਂ ਲੱਗ ਗਿਆ। ਪਰ ਹੁਣ ਜੇਕਰ ਤੂੰ ਗੁਰੂ ਨਾਨਕ ਦੇ ਘਰ ਆ ਗਿਆ ਹੈ ਤਾਂ ਤੇਰਾ ਆਉਣਾ ਪ੍ਰਵਾਨ ਹੋਇਆ। ਹੁਣ ਤੇਰਾ ਇਹ ਕੋੜ ਵੀ ਜਲਦੀ ਠੀਕ ਹੋ ਜਾਵੇਗਾ। ਗੁਰੂ ਅਮਰਦਾਸ ਜੀ ਭਾਈ ਗੁਰਦਾਸ ਜੀ ਨੂੰ ਬੌਲੀ ਸਾਹਿਬ ਤੋਂ ਜਲ ਲਿਆ ਕੇ ਪ੍ਰੇਮੇ ਕੁੜੀ ਨੂੰ ਇਸ਼ਨਾਨ ਕਰਵਾਉਣ ਵਾਸਤੇ ਕਹਿੰਦੇ ਹਨ ਤੇ ਨਾਲ ਹੀ ਕਹਿੰਦੇ ਹਨ ਕਿ ਇਸ ਨੂੰ ਬਾਣੀ ਦਾ ਜਾਪ ਕਰਵਾਇਆ ਜਾਵੇ। ਭਾਈ ਗੁਰਦਾਸ ਜੀ ਪ੍ਰੇਮੇ ਕੁੜੀ ਨੂੰ ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਜਾਪ ਕਰਨ ਲਈ ਕਹਿੰਦੇ ਹਨ। ਨਿਤ ਪ੍ਰਤੀ ਦਿਨ ਉਸ ਨੂੰ ਬੌਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਪ੍ਰੇਮਾ ਕੋੜੀ ਮੂਲ ਮੰਤਰ ਦਾ ਪਾਠ ਕਰਦਾ ਰਹਿੰਦਾ ਹੈ। ਦੇਖਦੇ ਹੀ ਦੇਖਦੇ ਕੁਝ ਹੀ ਦਿਨਾਂ ਵਿੱਚ ਪ੍ਰੇਮਾ ਕੋੜੀ ਐਨ ਨਵਾਂ ਨਰੋਇਆ ਹੋ ਜਾਂਦਾ ਹੈ। ਉਹ ਬਹੁਤ ਹੀ ਸੋਹਣੇ ਸਰੀਰ ਵਾਲਾ ਤੇ ਬਹੁਤ ਖੂਬਸੂਰਤ ਨੌਜਵਾਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਠੀਕ ਹੋ ਜਾਣ ਤੋਂ ਬਾਅਦ ਪ੍ਰੇਮਾ ਕੁੜੀ ਆਪਣੇ ਆਪ ਨੂੰ ਗੁਰੂ ਘਰ ਨੂੰ ਸਮਰਪਿਤ ਕਰ ਦਿੰਦਾ ਹੈ ਤੇ ਗੋਂਦਵਾਲ ਸਾਹਿਬ ਵਿਖੇ ਰਹਿ ਕੇ ਹੀ ਸੇਵਾ ਕਰਨੀ ਆਰੰਭ ਕਰ ਦਿੰਦਾ ਹੈ। 6-7 ਮਹੀਨੇ ਦਾ ਸਮਾਂ ਬੀਤਦਾ ਹੈ। ਇੱਕ ਦਿਨ ਗੁਰੂ ਅਮਰਦਾਸ ਜੀ ਭਰੇ ਦਰਬਾਰ ਵਿੱਚ ਪ੍ਰੇਮੇ ਕੁੜੀ ਨੂੰ ਖੜਾ ਕਰਕੇ ਆਪਣੇ ਕੋਲ ਬੁਲਾਉਂਦੇ ਹਨ ਤੇ ਕਹਿੰਦੇ ਹਨ ਕਿ ਸੰਗਤੇ, ਇਹ ਨੌਜਵਾਨ ਨੂੰ ਦੇਖੋ। ਇਹ ਨੌਜਵਾਨ ਸੋਹਣਾ ਗੱਭਰੂ ਉੱਚਾ ਲੰਮਾ ਜੋ ਹੈ ਇਹ ਪ੍ਰੇਮਾ ਕੁੜੀ ਹੈ। ਅਸੀਂ ਇਸ ਦਾ ਵਿਆਹ ਕਰਨਾ ਚਾਹੁੰਦੇ ਹਾਂ। ਸੰਗਤ ਵਿੱਚ ਜੋ ਵੀ ਮਾਈ ਭਾਈ ਇਸ ਨਾਲ ਆਪਣੀ ਲੜਕੀ ਦੀ ਸ਼ਾਦੀ ਕਰਨਾ ਚਾਹੁੰਦਾ ਹੋਵੇ ਉਹ ਸਾਹਮਣੇ ਆਵੇ। ਜਦੋਂ ਗੁਰੂ ਸਾਹਿਬ ਇਹ ਗੱਲ ਕਰਦੇ ਹਨ ਤਾਂ ਸਾਰੀ ਸੰਗਤ ਨੀਵੀਂ ਪਾ ਲੈਂਦੀ ਹੈ, ਕੋਈ ਵੀ ਸਾਹਮਣੇ ਨਹੀਂ ਆਉਂਦਾ। ਗੁਰੂ ਸਾਹਿਬ ਫਿਰ ਆਵਾਜ਼ ਦੇ ਕੇ ਪੁੱਛਦੇ ਹਨ ਕਿ ਕੋਈ ਮਾਈ ਭਾਈ ਆਪਣੀ ਬੇਟੀ ਦੀ ਸ਼ਾਦੀ ਇਸ ਦੇ ਨਾਲ ਕਰਨਾ ਚਾਹੇਗਾ, ਪਰ ਸੰਗਤ ਉਸੇ ਤਰ੍ਹਾਂ ਨੀਵੀਂ ਪਾਈ ਰੱਖਦੀ ਹੈ। ਜਦੋਂ ਗੁਰੂ ਸਾਹਿਬ ਤੀਸਰੀ ਵਾਰ ਆਵਾਜ਼ ਦੇ ਕੇ ਪੁੱਛਦੇ ਹਨ ਤਾਂ ਸੰਗਤ ਵਿੱਚ ਬੈਠਾ ਇੱਕ ਬਜ਼ੁਰਗ ਹੱਥ ਖੜਾ ਕਰਦਾ ਹੈ। ਗੁਰੂ ਸਾਹਿਬ ਉਸ ਬਜ਼ੁਰਗ ਬੰਦੇ ਨੂੰ ਆਪਣੇ ਕੋਲ ਬੁਲਾਉਂਦੇ ਹਨ ਤੇ ਕਹਿੰਦੇ ਹਨ, ਹਾਂ ਭਾਈ, ਕੀ ਤੂੰ ਤਿਆਰ ਹੈ ਆਪਣੀ ਬੇਟੀ ਦੀ ਸ਼ਾਦੀ ਇਸ ਦੇ ਨਾਲ ਕਰਨ ਵਾਸਤੇ? ਉਹ ਬਜ਼ੁਰਗ ਬੰਦਾ ਕਹਿੰਦਾ ਹੈ ਕਿ ਹਾਂ ਗੁਰੂ ਸਾਹਿਬ, ਮੈਨੂੰ ਆਪਣੀ ਬੇਟੀ ਦੀ ਸ਼ਾਦੀ ਕਰਨ ਦਾ ਕੋਈ ਇਤਰਾਜ਼ ਨਹੀਂ, ਪਰ ਮੈਂ ਕੋਈ ਵੀ ਝੂਠ ਬੋਲ ਕੇ ਆਪਣੀ ਧੀ ਦਾ ਵਿਆਹ ਇਸ ਦੇ ਨਾਲ ਨਹੀਂ ਕਰਨਾ ਚਾਹੁੰਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਝੂਠ ਬੋਲ ਕੇ ਦਾ ਮਤਲਬ? ਤਾਂ ਉਹ ਦੱਸਦਾ ਹੈ ਕਿ ਮਹਾਰਾਜ, ਵੈਸੇ ਤਾਂ ਮੇਰੀ ਧੀ ਘਰ ਦਾ ਸਾਰਾ ਕੰਮ ਕਰ ਜਾਣਦੀ ਹੈ। ਉਹ ਰੋਟੀ ਪਾਣੀ ਕਰ ਲੈਂਦੀ ਹੈ, ਸਬਜ਼ੀ ਬਣਾ ਲੈਂਦੀ ਹੈ, ਕੱਪੜੇ ਧੋ ਲੈਂਦੀ ਹੈ, ਭਾਂਡੇ ਮਾਂਜ ਲੈਂਦੀ ਹੈ, ਘਰ ਦੇ ਸਾਰੇ ਕੰਮ ਕਰ ਲੈਂਦੀ ਹੈ, ਪਰ ਮੇਰੀ ਧੀ ਨੂੰ ਮੱਤ ਜ਼ਰਾ ਕੁ ਘੱਟ ਹੈ, ਉਸ ਦੇ ਅੰਦਰ ਅਕਲ ਘੱਟ ਹੈ, ਜਿਸ ਕਰਕੇ ਸਾਰੇ ਉਸ ਨੂੰ ਮੱਥੋ ਕਹਿੰਦੇ ਹਨ। ਗੁਰੂ ਸਾਹਿਬ ਉਸ ਬਜ਼ੁਰਗ ਬੰਦੇ ਨੂੰ ਕਹਿੰਦੇ ਹਨ ਕਿ ਠੀਕ ਹੈ ਭਾਈ, ਕੋਈ ਗੱਲ ਨਹੀਂ, ਤੁਸੀਂ ਆਪਣੀ ਧੀ ਨੂੰ ਬੁਲਾਵੋ। ਤਾਂ ਉਹ ਬੰਦਾ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰ ਰਹੀ ਉਸ ਦੀ ਪਤਨੀ ਤੇ ਉਸ ਦੀ ਧੀ ਨੂੰ ਲੈ ਕੇ ਦਰਬਾਰ ਵਿੱਚ ਆਉਂਦਾ ਹੈ। ਗੁਰੂ ਸਾਹਿਬ ਉਸ ਬਜ਼ੁਰਗ ਦੀ ਪਤਨੀ ਨੂੰ ਕਹਿੰਦੇ ਹਨ ਕਿ ਮਾਈ, ਆ ਸਾਹਮਣੇ ਖੜਾ ਹੈ ਤੇਰੇ ਲੜਕਾ, ਤੇ ਭਾਈ ਸਾਹਿਬ ਨੇ ਬੇਟੀ ਦੇ ਵਿਆਹ ਵਾਸਤੇ ਸਾਨੂੰ ਹਾਂ ਕਰ ਦਿੱਤੀ ਹੈ, ਪਰ ਤੇਰੀ ਸਹਿਮਤੀ ਦਾ ਹੋਣਾ ਵੀ ਜ਼ਰੂਰੀ ਹੈ। ਤਾਂ ਦੱਸ ਕਿ ਤੈਨੂੰ ਇਹ ਰਿਸ਼ਤਾ ਮਨਜ਼ੂਰ ਹੈ? ਤਾਂ ਮਾਤਾ ਕਹਿੰਦੀ ਹੈ ਕਿ ਮਹਾਰਾਜ, ਇਹ ਬੇਟੀ ਤੁਹਾਡੀ ਹੈ, ਤੁਸੀਂ ਆਪ ਹੀ ਰਿਸ਼ਤਾ ਕਰਨਾ ਹੈ, ਪਰ ਫਿਰ ਵੀ ਮੈਂ ਮਾਂ ਹੋਣ ਦੇ ਨਾਤੇ ਇੰਨਾ ਜਾਣਨਾ ਚਾਹੁੰਦੀ ਹਾਂ, ਇਸ ਲੜਕੇ ਦਾ ਨਾਮ ਕੀ ਹੈ, ਇਸ ਦਾ ਘਰ-ਬਾਰ ਕੀ ਹੈ, ਇਸ ਦੇ ਮਾਤਾ-ਪਿਤਾ ਕੌਣ ਹਨ, ਖਾਨਦਾਨ ਕੀ ਹੈ, ਇਸ ਦਾ ਕੰਮ ਕੀ ਹੈ, ਇਸ ਦਾ ਜ਼ਮੀਨ ਜਾਇਦਾਦ, ਇਹ ਮੈਂ ਸਾਰਾ ਜਾਣਨਾ ਚਾਹੁੰਦੀ ਹਾਂ। ਬੇਸ਼ੱਕ ਲੋਕਾਂ ਵਾਸਤੇ ਮੇਰੀ ਧੀ ਦੀ ਮੱਤ ਘੱਟ ਹੈ, ਉਹਨਾਂ ਵਾਸਤੇ ਇਹ ਮੱਥ ਹੋਵੇਗੀ, ਪਰ ਮੇਰੀ ਧੀ ਤਾਂ ਮੇਰੇ ਲਈ ਰਾਣੀ ਹੈ ਤੇ ਇੱਕ ਮਾਂ ਹੋਣ ਦੇ ਨਾਤੇ ਮੈਂ ਜਾਣਨਾ ਚਾਹੁੰਦੀ ਹਾਂ ਕਿ ਮੇਰੀ ਧੀ ਲਈ ਜੋ ਵਰ ਲੱਭਾ ਹੈ ਉਹ ਕੌਣ ਹੈ, ਕੀ ਹੈ ਤੇ ਉਸ ਦਾ ਪਿਛੋਕੜ ਕੀ ਹੈ। ਗੁਰੂ ਸਾਹਿਬ ਉਸ ਮਾਤਾ ਦੀ ਗੱਲ ਵਿੱਚ ਹਾਮੀ ਭਰਦੇ ਕਹਿੰਦੇ ਹਨ ਕਿ ਹਾਂ, ਤੈਨੂੰ ਪੂਰਾ ਅਧਿਕਾਰ ਹੈ ਤੇ ਹਰ ਮਾਂ ਪਿਓ ਨੂੰ ਆਪਣੇ ਬੱਚੀ ਦਾ ਵਿਆਹ ਕਰਨ ਤੋਂ ਪਹਿਲਾਂ ਇਹ ਪੜਤਾਲ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਪ੍ਰੇਮੇ ਕੁੜੀ ਨੂੰ ਕਹਿੰਦੇ ਹਨ ਕਿ ਦੱਸ ਭਾਈ, ਆਪਣੇ ਬਾਰੇ ਦੱਸ ਇਹਨਾਂ ਨੂੰ, ਤੂੰ ਕੌਣ ਹੈ, ਤੇਰਾ ਨਾਮ ਕੀ ਹੈ, ਤੇਰੇ ਮਾਂ ਪਿਓ ਕੌਣ ਹੈ, ਤੇਰੀ ਜ਼ਮੀਨ ਜਾਇਦਾਦ ਘਰ-ਬਾਰ ਕੀ ਹੈ, ਦੱਸੋ ਇਹਨਾਂ ਨੂੰ। ਤਾਂ ਪ੍ਰੇਮਾ ਕੁੜੀ ਕਹਿੰਦਾ ਹੈ ਕਿ ਮਹਾਰਾਜ, ਮੈਂ ਬਹੁਤ ਛੋਟਾ ਸੀ ਜਦੋਂ ਮੈਨੂੰ ਇਹ ਬਿਮਾਰੀ ਹੋ ਗਈ ਸੀ। ਬਿਮਾਰੀ ਹੋਣ ਦੇ ਕਾਰਨ ਮੇਰਾ ਮਾਂ ਪਿਓ ਮੈਨੂੰ ਸੁੱਟ ਕੇ ਚਲਾ ਗਿਆ ਸੀ। ਉਸ ਤੋਂ ਬਾਅਦ ਨਾ ਮੈਨੂੰ ਆਪਣੇ ਨਾਮ ਦਾ ਪਤਾ ਹੈ, ਨਾ ਮੈਨੂੰ ਆਪਣੇ ਘਰ-ਬਾਰ ਦਾ, ਤੇ ਨਾ ਹੀ ਖਾਨਦਾਨ ਦਾ, ਤੇ ਨਾ ਹੀ ਮੇਰੀ ਕੋਈ ਜ਼ਮੀਨ ਜਾਇਦਾਦ ਹੈ। ਪ੍ਰੇਮੇ ਕੁੜੀ ਦੇ ਮੂੰਹੋਂ ਇਹ ਸਭ ਸੁਣ ਕੇ ਲੜਕੀ ਦੇ ਮਾਪਿਓ ਦੀ ਨੀਵੀਂ ਪੈ ਜਾਂਦੀ ਹੈ। ਤਾਂ ਗੁਰੂ ਸਾਹਿਬ ਉਸ ਤੋਂ ਬਾਅਦ ਕਹਿੰਦੇ ਹਨ ਕਿ ਅੱਜ ਤੋਂ ਪ੍ਰੇਮੇ ਦੀ ਮਾਂ ਵੀ ਮੈਂ, ਪ੍ਰੇਮੇ ਦਾ ਪਿਓ ਵੀ ਮੈਂ, ਮੇਰਾ ਘਰ ਅੱਜ ਤੋਂ ਪ੍ਰੇਮੇ ਦਾ ਘਰ ਹੈ। ਹੁਣ ਦੱਸੋ, ਤੁਸੀਂ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਹੈ ਜਾਂ ਨਹੀਂ? ਗੁਰੂ ਸਾਹਿਬ ਦੇ ਮੂੰਹੋਂ ਇਹ ਵਚਨ ਸੁਣਨ ਤੋਂ ਬਾਅਦ ਲੜਕੀ ਦੇ ਮਾਤਾ-ਪਿਤਾ ਵਿਆਹ ਵਾਸਤੇ ਮੰਨ ਜਾਂਦੇ ਹਨ। ਵਿਆਹ ਤੋਂ ਬਾਅਦ ਲੜਕੀ ਦਾ ਪਿਤਾ ਕਹਿੰਦਾ ਹੈ ਕਿ ਮਹਾਰਾਜ, ਆਪ ਜੀ ਇੱਕ ਕਿਰਪਾ ਹੋਰ ਕਰੋ, ਮੇਰੀ ਬੇਟੀ ਨੂੰ ਮੱਤ ਘੱਟ ਹੈ,
ਆਪ ਜੀ ਉਸਦਾ ਵੀ ਕੋਈ ਹੱਲ ਦੱਸੋ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਅੱਜ ਤੇਰੀ ਧੀ ਨੂੰ ਮੱਤ ਘੱਟ ਹੈ ਤਾਂ ਕੀ ਹੋਇਆ, ਪਰ ਆਉਣ ਵਾਲੇ ਸਮੇਂ ਵਿੱਚ ਇਸ ਦੀ ਮੱਤ ਇੰਨੀ ਉੱਚੀ ਹੋ ਜਾਵੇਗੀ ਕਿ ਲੋਕ ਇਸ ਦੇ ਕੋਲੋਂ ਮੱਤਾਂ ਲਿਆ ਕਰਨਗੇ, ਲੋਕ ਇਸ ਦੇ ਕੋਲੋਂ ਆਪਣੇ ਮੁਸ਼ਕਲਾਂ ਦਾ ਹੱਲ ਲੈ ਕੇ ਆਉਣਗੇ, ਲੋਕ ਇਸ ਦੇ ਕੋਲੋਂ ਜੀਵਨ ਜਾਚ ਸਿੱਖਣਗੇ। ਗੁਰੂ ਸਾਹਿਬ ਦੇ ਬਚਨ ਸੱਚ ਹੋਏ। ਮਾਈ ਮੱਥੋਂ ਨੂੰ ਗਿਆਨ ਦੀ ਅਜਿਹੀ ਪ੍ਰਾਪਤੀ ਹੋਈ ਕਿ ਜਦੋਂ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਮੰਜੀਆਂ ਥਾਪੀਆਂ ਤਾਂ ਪਹਿਲੀ ਮੰਜੀ ਮਾਈ ਮੱਥੋਂ ਨੂੰ ਦਿੱਤੀ। ਇਸ ਤਰ੍ਹਾਂ ਮਾਈ ਮੱਥੋ ਸਿੱਖ ਧਰਮ ਦੀ ਪਹਿਲੀ ਸਿੱਖ ਪ੍ਰਚਾਰਕ ਬੀਬੀ ਦੇ ਰੂਪ ਵਜੋਂ ਵੀ ਸਾਹਮਣੇ ਆਈ। ਗੁਰੂ ਅਮਰਦਾਸ ਜੀ ਦੇ ਸਮੇਂ ਤੇ ਜਿੱਥੇ ਉੱਥੋਂ ਦੇ ਕੁਝ ਪੰਡਤਾਂ ਨੇ ਵਿਰੋਧ ਕੀਤਾ ਸੀ, ਗੋਇੰਦੇ ਦੇ ਪੁੱਤਰ ਨੇ ਵਿਰੋਧ ਕੀਤਾ ਸੀ, ਉੱਥੇ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਇੱਕ ਪੰਡਤ ਹੋਰ ਸੀ ਜਿਸ ਦਾ ਨਾਮ ਸੀ ਹਰੀ ਰਾਮ ਤਪਾ। ਹਰੀ ਰਾਮ ਤਪਾ ਮਰਵਾਹਾ ਖੱਤਰੀ ਸੀ। ਉੱਚ ਜਾਤੀ ਦੇ ਲੋਕਾਂ ਨੇ ਗੁਰੂ ਅਮਰਦਾਸ ਜੀ ਪ੍ਰਤੀ ਉਸਦੇ ਕਾਫੀ ਕੰਨ ਪਰ ਰੱਖੇ ਸਨ ਤੇ ਉਸਨੇ ਵੀ ਗੁਰੂ ਅਮਰਦਾਸ ਜੀ ਪ੍ਰਤੀ ਬਹੁਤ ਸਾਰਾ ਕੂੜ ਪ੍ਰਚਾਰ ਕੀਤਾ ਹੋਇਆ ਸੀ। ਉਹ ਗੁਰੂ ਕੇ ਲੰਗਰਾਂ ਦੀ ਕਾਫੀ ਨਿੰਦਿਆ ਕਰਦਾ। ਉਹ ਅਕਸਰ ਇਹ ਪ੍ਰਚਾਰ ਕਰਦਾ ਕਿ ਗੁਰੂ ਅਮਰਦਾਸ ਜੀ ਨੇ ਲੰਗਰਾਂ ਦੀ ਪ੍ਰਥਾ ਨੂੰ ਚਾਲੂ ਕਰਕੇ ਬਹੁਤ ਵੱਡਾ ਅਧਰਮ ਕੀਤਾ ਹੈ ਤੇ ਇਸ ਲੰਗਰਾਂ 'ਚ ਜਾ ਕੇ ਜੋ ਵੀ ਲੰਗਰ ਛਕਦੇ ਹਨ ਉਹ ਪਿੱਟੇ ਜਾਂਦੇ ਹਨ। ਗੁਰੂ ਕੇ ਲੰਗਰਾਂ 'ਚ ਜਾ ਕੇ ਪ੍ਰਸ਼ਾਦਾ ਛਕਣ ਨਾਲ ਲੋਕ ਭ੍ਰਿਸ਼ਟ ਹੋ ਜਾਂਦੇ ਹਨ, ਬਹੁਤ ਵੱਡਾ ਅਧਰਮ ਹੋ ਜਾਂਦਾ ਹੈ, ਉਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਇਹੋ ਜਿਹਾ ਬਹੁਤ ਕੂੜ ਪ੍ਰਚਾਰ ਕੀਤਾ ਹੋਇਆ ਸੀ ਉਸਨੇ ਗੁਰੂ ਕੇ ਲੰਗਰਾਂ ਦੇ ਖਿਲਾਫ। ਗੁਰੂ ਅਮਰਦਾਸ ਜੀ ਨੇ ਉਸਦੇ ਇਸ ਕੂੜ ਪ੍ਰਚਾਰ ਦੇ ਵਿਰੋਧ ਵਿੱਚ ਲੰਗਰ ਛਕਣ ਵਾਲਿਆਂ ਵਾਸਤੇ ਇਨਾਮ ਰੱਖ ਦਿੱਤਾ। ਗੁਰੂ ਅਮਰਦਾਸ ਜੀ ਨੇ ਐਲਾਨ ਕਰਵਾ ਦਿੱਤਾ ਕਿ ਜੋ ਵੀ ਇਨਸਾਨ ਗੁਰੂ ਕੇ ਲੰਗਰਾਂ ਵਿੱਚ ਆ ਕੇ ਲੰਗਰ ਛਕੇਗਾ ਉਸ ਨੂੰ 1 ਰੁਪਿਆ ਇਨਾਮ ਵਜੋਂ ਦਿੱਤਾ ਜਾਵੇਗਾ। ਇਨਾਮ ਦੇ ਲਾਲਚ ਵਿੱਚ ਬਹੁਤ ਸਾਰੇ ਲੋਕਾਂ ਨੇ ਵਰਣ, ਕੁੱਲ, ਜਾਤ ਪਾਤ ਦੇ ਭੇਦ ਨੂੰ ਮਿਟਾ ਕੇ ਆ ਕੇ ਗੁਰੂ ਕੇ ਲੰਗਰਾਂ 'ਚ ਲੰਗਰ ਛਕਣਾ ਚਾਲੂ ਕਰ ਦਿੱਤਾ। ਇੱਧਰ ਗੁਰੂ ਸਾਹਿਬ ਨੇ ਲੰਗਰ ਛਕਣ ਵਾਲੇ ਵਾਸਤੇ 1 ਰੁਪਿਆ ਇਨਾਮ ਰੱਖ ਦਿੱਤਾ ਤੇ ਉਧਰ ਹਰੀ ਰਾਮ ਤਪੇ ਨੇ ਕੂੜ ਪ੍ਰਚਾਰ ਕਰਨਾ ਹੋਰ ਵੀ ਦੁੱਗਣਾ ਕਰ ਦਿੱਤਾ। ਗੁਰੂ ਸਾਹਿਬ ਨੇ ਇਸ ਦੇ ਹੱਲ ਵਜੋਂ ਇਨਾਮ ਦੀ ਰਕਮ ਵਧਾ ਕੇ 1 ਰੁਪਏ ਤੋਂ 5 ਰੁਪਏ ਕਰ ਦਿੱਤੀ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਹਰੀ ਰਾਮ ਤਪੇ ਨੂੰ ਸੱਦਾ ਭੇਜਿਆ, ਪਰ ਹਰੀ ਰਾਮ ਤਪੇ ਨੂੰ 5 ਰੁਪਏ ਇਨਾਮ ਦੇ ਬਦਲੇ ਆਪਣੀ ਗਰਦਨ ਕਟਵਾ ਦੇਣੀ ਜ਼ਿਆਦਾ ਸੌਖੀ ਲੱਗਦੀ ਸੀ। ਗੁਰੂ ਸਾਹਿਬ ਨੇ ਇਨਾਮ 5 ਰੁਪਏ ਤੋਂ ਵਧਾ ਕੇ 1 ਸੋਨੇ ਦੀ ਮੋਹਰ ਰੱਖ ਦਿੱਤਾ। ਹੁਣ ਜਦੋਂ ਉਸ ਨੂੰ ਪਤਾ ਲੱਗਾ ਕਿ ਇਨਾਮ ਵਿੱਚ ਸੋਨੇ ਦੀ ਇੱਕ ਮੋਹਰ ਮਿਲ ਰਹੀ ਹੈ ਤਾਂ ਉਸ ਦੇ ਮਨ ਦੇ ਅੰਦਰ ਲਾਲਚ ਹੋਣਾ ਸ਼ੁਰੂ ਹੋ ਗਿਆ। ਪਰ ਹੁਣ ਹਰੀ ਰਾਮ ਤਪਾ ਗੁਰੂ ਕੇ ਲੰਗਰਾਂ ਦਾ ਆਪ ਹੀ ਇੰਨਾ ਕੂੜ ਪ੍ਰਚਾਰ ਕਰ ਚੁੱਕਾ ਸੀ ਕਿ ਕਿਸ ਮੂੰਹ ਨਾਲ ਜਾ ਕੇ ਲੰਗਰ ਛਕਦਾ ਤੇ ਕਿਸ ਮੂੰਹ ਨਾਲ ਇਨਾਮ ਲੈਂਦਾ। ਫਿਰ ਉਸਨੇ ਆਪਣੀ ਤੀਖਣ ਬੁੱਧੀ ਤੋਂ ਕੰਮ ਲੈਂਦੇ ਹੋਏ ਆਪਣੇ ਸਭ ਤੋਂ ਛੋਟੇ ਮੁੰਡੇ ਨੂੰ ਲੰਗਰ ਵਿੱਚ ਭੇਜਣ ਦਾ ਫੈਸਲਾ ਕੀਤਾ। ਉਸਨੇ ਸੋਚਿਆ ਕਿ ਮੈਂ ਚੋਰੀ ਛਿਪੇ ਇਸ ਨੂੰ ਲੰਗਰ ਵਿੱਚ ਭੇਜ ਦੇਵਾਂਗਾ, ਇੱਕ ਤਾਂ ਬੇਟਾ ਲੰਗਰ ਛਕ ਆਵੇਗਾ, ਦੂਜਾ ਸੋਨੇ ਦੀ ਮੋਹਰ ਲੈ ਕੇ ਆ ਜਾਵੇਗਾ। ਉਸਨੇ ਆਪਣੀ ਇਸ ਸਕੀਮ ਦੇ ਚੱਲਦਿਆਂ ਆਪਣੇ ਪੁੱਤਰ ਨੂੰ ਲੰਗਰ ਵਿੱਚ ਸਿੱਧੇ ਰਸਤੇ ਤੋਂ ਭੇਜਣ ਦੀ ਬਜਾਏ ਲੰਗਰ ਦੀ ਕੰਧ ਟਪਾ ਕੇ ਲੰਗਰ ਵਿੱਚ ਭੇਜਣਾ ਚਾਹਿਆ। ਪਰ ਜਦੋਂ ਉਸਨੇ ਆਪਣੇ ਪੁੱਤਰ ਨੂੰ ਕੰਧ ਟਪਾਈ ਤਾਂ ਦੂਜੇ ਪਾਸੇ ਜਰਾ ਡੂੰਘ ਸੀ, ਜਿਸ ਕਾਰਨ ਕੰਧ ਟੱਪਣ ਤੋਂ ਬਾਅਦ ਉਸਦਾ ਪੁੱਤਰ ਕੰਧ ਦੇ ਪਰਲੇ ਪਾਸੇ ਜਾ ਕੇ ਡਿੱਗਿਆ ਤੇ ਉਸਦੀ ਲੱਤ ਤੇ ਸੱਟ ਲੱਗ ਗਈ। ਬੱਚਾ ਛੋਟਾ ਹੋਣ ਕਰਕੇ ਉਸਨੇ ਰੋਣਾ ਸ਼ੁਰੂ ਕਰ ਦਿੱਤਾ। ਉਸਦੇ ਰੋਣ ਦੀ ਆਵਾਜ਼ ਨੂੰ ਸੁਣ ਕੇ ਬਹੁਤ ਸਾਰੀ ਸੰਗਤ ਤੇ ਸੇਵਾਦਾਰ ਉਸਦੇ ਕੋਲ ਪਹੁੰਚੇ। ਉਸ ਬੱਚੇ ਨੇ ਆਪਣੇ ਪਿਤਾ ਹਰੀ ਰਾਮ ਤਪੇ ਦੀ ਸਾਰੀ ਗੱਲ ਸੇਵਾਦਾਰਾਂ ਨੂੰ ਦੱਸ ਦਿੱਤੀ ਕਿ ਕਿਵੇਂ ਉਸਦੇ ਪਿਤਾ ਨੇ ਇੱਕ ਮੋਹਰ ਦੇ ਲਾਲਚ ਵਿੱਚ ਉਸਨੂੰ ਇਹ ਕੰਧ ਟਪਾਈ ਹੈ। ਸੇਵਾਦਾਰਾਂ ਨੇ ਉਸਨੂੰ ਲੰਗਰ ਛਕਾਇਆ ਤੇ ਉਹ ਸੋਨੇ ਦੀ ਮੋਹਰ ਵੀ ਦੇ ਦਿੱਤੀ। ਪਰ ਹੌਲੀ ਹੌਲੀ ਉਸਦੇ ਪਿਤਾ ਦੀ ਇਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ। ਗੁਰੂ ਘਰ ਅਤੇ ਗੁਰੂ ਕੇ ਲੰਗਰਾਂ ਦਾ ਵਿਰੋਧ ਕਰਨ ਵਾਲਾ, ਉਹਨਾਂ ਦੇ ਪ੍ਰਤੀ ਕੂੜ ਪ੍ਰਚਾਰ ਕਰਨ ਵਾਲਾ ਹਰੀ ਰਾਮ ਤਪਾ ਹੁਣ ਲੋਕਾਂ ਦੇ ਹਾਸੇ ਤੇ ਮਜ਼ਾਕ ਦਾ ਪਾਤਰ ਬਣ ਕੇ ਰਹਿ ਗਿਆ ਸੀ। ਹੁਣ ਅਗਲੀ ਸਾਖੀ 'ਚ ਆਪਾਂ ਗੱਲ ਕਰਦੇ ਹਾਂ ਭਾਈ ਪਾਰੋ ਜੀ ਦੀ, ਜਿਨ੍ਹਾਂ ਤੇ ਗੁਰੂ ਸਾਹਿਬ ਇੰਨੇ ਪ੍ਰਸੰਨ ਹੋਏ ਸਨ ਕਿ ਉਸ ਨੂੰ ਗੁਰਤਾ ਗੱਦੀ ਦੇਣਾ ਚਾਹੁੰਦੇ ਸਨ। ਭਾਈ ਪਾਰੋ ਜੀ ਨੇ ਗੁਰਤਾ ਗੱਦੀ ਲੈਣ ਤੋਂ ਇਨਕਾਰ ਕਰ ਦਿੱਤਾ। ਭਾਈ ਪਾਰੋ ਜੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੇ ਇੱਕ ਸਿੱਖ ਸਨ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਹੁਕਮ ਕੀਤਾ ਸੀ ਕਿ ਕਦੀ ਵੀ ਗੋਇੰਦਵਾਲ ਸਾਹਿਬ ਵਾਲੇ ਗੁਰੂ ਦਾ ਪੱਲਾ ਨਾ ਛੱਡੀ। ਇਸ ਲਈ ਭਾਈ ਪਾਰੋ ਜੀ ਜਦੋਂ ਵੀ ਸਮਾਂ ਮਿਲਦਾ ਗੋਇੰਦਵਾਲ ਸਾਹਿਬ ਵਿਖੇ ਜਾਂਦੇ ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦੇ, ਉੱਥੇ ਲੰਗਰਾਂ 'ਚ ਸੇਵਾ ਕਰਦੇ ਤੇ ਸੰਗਤ ਕਰਦੇ, ਕੀਰਤਨ ਸੁਣਿਆ ਕਰਦੇ। ਇੱਕ ਵਾਰ ਜਲੰਧਰ ਦਾ ਗਵਰਨਰ ਅੱਲਾ ਯਾਰ ਬਿਆਸ ਦਰਿਆ ਦੇ ਕੰਢੇ ਤੇ ਆਪਣੀਆਂ ਫੌਜਾਂ ਨਾਲ ਖੜਾ ਹੁੰਦਾ ਹੈ, ਕਿਉਂਕਿ ਬਿਆਸ ਦਰਿਆ ਬਹੁਤ ਚੜ੍ਹ ਕੇ ਆਇਆ ਹੁੰਦਾ ਹੈ, ਠਾਠਾ ਮਾਰ ਰਿਹਾ ਹੁੰਦਾ ਹੈ ਤੇ ਉਡੀਕ ਕਰ ਰਿਹਾ ਹੁੰਦਾ ਹੈ ਕਿ ਕਦੋਂ ਦਰਿਆ ਸ਼ਾਂਤ ਹੋਵੇ ਤੇ ਉਹ ਦਰਿਆ ਨੂੰ ਪਾਰ ਕਰੇ। ਪਰ ਇੰਨੀ ਦੇਰ ਨੂੰ ਪਿੱਛੋਂ ਭਾਈ ਪਾਰੋ ਜੀ ਆਪਣੀ ਘੋੜੀ ਤੇ ਚੜ੍ਹ ਕੇ ਸਵਾਰ ਹੋ ਕੇ ਆਉਂਦੇ ਹਨ ਤੇ ਦਰਿਆ ਨੂੰ ਐਵੇਂ ਹੀ ਪਾਰ ਕਰਕੇ ਲੰਘ ਜਾਂਦੇ ਹਨ। ਉਹ ਗੋਇੰਦਵਾਲ ਸਾਹਿਬ ਵਿਖੇ ਪਹੁੰਚਦੇ ਹਨ। ਉੱਥੇ ਆਪਣੀ ਨਿੱਤਾ ਪ੍ਰਤੀ ਦਿਨਚਰਿਆ ਅਨੁਸਾਰ ਇਸ਼ਨਾਨ ਕਰਦੇ ਹਨ, ਲੰਗਰਾਂ 'ਚ ਸੇਵਾ ਕਰਦੇ ਹਨ, ਲੰਗਰ ਛਕਦੇ ਹਨ, ਨਾਮ ਬਾਣੀ ਦਾ ਅਭਿਆਸ ਕਰਦੇ ਹਨ, ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ ਤੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਵਾਪਸ ਆਪਣੀ ਘੋੜੀ ਤੇ ਸਵਾਰ ਹੋ ਕੇ ਬਿਆਸ ਦਰਿਆ ਨੂੰ ਪਾਰ ਕਰਕੇ ਵਾਪਸ ਆ ਜਾਂਦੇ ਹਨ। ਜਦੋਂ ਭਾਈ ਪਾਰੋ ਜੀ ਬਿਆਸ ਦਰਿਆ ਨੂੰ ਪਾਰ ਕਰਕੇ ਵਾਪਸ ਪਾਰ ਆਉਂਦੇ ਹਨ ਤਾਂ ਗਵਰਨਰ ਅੱਲਾ ਯਾਰ ਭਾਈ ਪਾਰੋ ਜੀ ਨੂੰ ਆਵਾਜ਼ ਦੇ ਕੇ ਪੁੱਛਦਾ ਹੈ ਕਿ ਰੁਕ, ਤੇ ਪੁੱਛਦਾ ਹੈ ਕਿ ਤੂੰ ਕੌਣ ਹੈ, ਤੈਨੂੰ ਉਸ ਚੜ੍ਹੇ ਹੋਏ ਦਰਿਆ ਤੋਂ ਡਰ ਨਹੀਂ ਲੱਗਾ? ਜੇ ਇਹ ਤੈਨੂੰ ਰੋੜ ਕੇ ਲੈ ਜਾਂਦਾ ਤਾਂ ਫਿਰ? ਤਾਂ ਭਾਈ ਪਾਰੋ ਜੀ ਕਹਿੰਦੇ ਹਨ ਕਿ ਮੈਨੂੰ ਇਹ ਬਿਆਸ ਦਰਿਆ ਨਜ਼ਰ ਹੀ ਨਹੀਂ ਆਉਂਦਾ। ਜੇਕਰ ਮੈਨੂੰ ਕੁਝ ਨਜ਼ਰ ਆਉਂਦਾ ਹੈ ਤਾਂ ਉਹ ਹੈ ਮੈਨੂੰ ਮੇਰੇ ਗੁਰੂ ਦਾ ਦਰ, ਤੇ ਮੇਰਾ ਗੁਰੂ ਤਾਂ ਭਵ ਸਾਗਰ ਤੋਂ ਪਾਰ ਲਾ ਦਿੰਦਾ ਹੈ ਤੇ ਇਹ ਦਰਿਆ ਤਾਂ ਚੀਜ਼ ਹੀ ਕੀ ਹੈ। ਅੱਲਾ ਯਾਰ ਭਾਈ ਪਾਰੋ ਜੀ ਦੇ ਕੋਲੋਂ ਇਹ ਜਵਾਬ ਸੁਣ ਕੇ ਕਹਿੰਦਾ ਹੈ ਕਿ ਮੈਂ ਵੀ ਉਸ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਮੈਨੂੰ ਇਸ ਗੁਰੂ ਦੇ ਨਾਲ ਮਿਲਾ। ਇਸ ਤੋਂ ਬਾਅਦ ਭਾਈ ਪਾਰੋ ਜੀ ਅੱਲਾ ਯਾਰ ਨੂੰ ਗੁਰੂ ਅਮਰਦਾਸ ਜੀ ਨਾਲ ਮਿਲਾਉਂਦੇ ਹਨ। ਅੱਲਾ ਯਾਰ ਜਦੋਂ ਗੁਰੂ ਅਮਰਦਾਸ ਜੀ ਨੂੰ ਮਿਲਦਾ ਹੈ
ਤਾਂ ਉਸ ਉੱਪਰ ਗੁਰੂ ਅਮਰਦਾਸ ਜੀ ਦਾ ਅਜਿਹਾ ਪ੍ਰਭਾਵ ਪੈਂਦਾ ਹੈ ਕਿ ਉਹ ਗੁਰੂ ਅਮਰਦਾਸ ਜੀ ਦਾ ਸਿੱਖ ਬਣ ਜਾਂਦਾ ਹੈ। ਅੱਲਾ ਯਾਰ ਗਵਰਨਰ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਦਾ ਅਜਿਹਾ ਸਿੱਖ ਬਣਦਾ ਹੈ ਕਿ ਜਦੋਂ ਗੁਰੂ ਸਾਹਿਬ 22 ਮੰਜੀਆਂ ਥਾਪਦੇ ਹਨ ਤੇ ਉਹਨਾਂ ਵਿੱਚੋਂ ਇੱਕ ਮੰਜੀ ਅੱਲਾ ਯਾਰ ਨੂੰ ਦਿੰਦੇ ਹਨ। ਇੱਧਰ ਦੂਜੇ ਪਾਸੇ ਭਾਈ ਪਾਰੋ ਜੀ ਦਾ ਵੀ ਗੁਰੂ ਸਾਹਿਬ ਪ੍ਰਤੀ ਪਿਆਰ, ਸ਼ਰਧਾ ਭਾਵਨਾ ਕੋਈ ਘੱਟ ਨਹੀਂ ਸੀ, ਸਗੋਂ ਇਹ ਇੰਨੀ ਵੱਧ ਚੁੱਕੀ ਸੀ ਕਿ ਇੱਕ ਵਾਰ ਗੁਰੂ ਅਮਰਦਾਸ ਜੀ ਭਾਈ ਪਾਰੋ ਜੀ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਹਨ ਕਿ ਭਾਈ ਪਾਰੋ, ਹੁਣ ਤੂੰ ਸਾਡਾ ਰੂਪ ਹੋ ਚੁੱਕਾ ਹੈ, ਜੇ ਤੂੰ ਕਹੇ ਤਾਂ ਤੈਨੂੰ ਗੱਦੀ ਬਖਸ਼ ਦਈਏ, ਤੈਨੂੰ ਗੁਰਿਆਈ ਬਖਸ਼ ਦਈਏ। ਗੁਰੂ ਸਾਹਿਬ ਦੇ ਮੂੰਹੋਂ ਇਹ ਬਚਨ ਸੁਣ ਕੇ ਭਾਈ ਪਾਰੋ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਪੈਂਦਾ ਹੈ ਤੇ ਉੱਚੀ ਸਾਰੀ ਰੋ ਕੇ ਕਹਿੰਦਾ ਹੈ ਕਿ ਨਹੀਂ, ਮੈਨੂੰ ਗੱਦੀ ਨਹੀਂ, ਮੈਨੂੰ ਗੋਦੀ ਚਾਹੀਦੀ ਹੈ, ਭਾਵ ਕਿ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੋ। ਭਾਈ ਪਾਰੋ ਗੁਰੂ ਸਾਹਿਬ ਨੂੰ ਮਿੰਨਤਾਂ ਕਰਦਾ ਹੈ, ਕਹਿੰਦਾ ਹੈ ਕਿ ਗੁਰੂ ਸਾਹਿਬ, ਜੇਕਰ ਤਰੁੱਠੇ ਹੋ, ਕੁਝ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਸਿੱਖੀ ਬਖਸ਼ ਦਿਓ, ਮੈਨੂੰ ਸਿੱਖੀ ਬਖਸ਼ ਦਿਓ, ਮੈਨੂੰ ਸਿੱਖੀ ਦੇ ਦਿਓ, ਮੇਰੀ ਝੋਲੀ 'ਚ ਸਿੱਖੀ ਪਾ ਦਿਓ। ਗੁਰੂ ਅਮਰਦਾਸ ਜੀ ਭਾਈ ਪਾਰੋ ਦੀ ਬੇਨਤੀ ਨੂੰ ਅਜਿਹਾ ਕਬੂਲ ਕਰਦੇ ਹਨ, ਉਸ ਨੂੰ ਅਜਿਹਾ ਗੋਦੀ 'ਚ ਬਿਠਾਉਂਦੇ ਹਨ ਕਿ ਅੱਗੇ ਆਉਣ ਵਾਲੀਆਂ ਭਾਈ ਪਾਰੋ ਦੀਆਂ ਜਿੰਨੀਆਂ ਵੀ ਪੀੜ੍ਹੀਆਂ ਹਨ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਹਨ, ਉਹਨਾਂ ਦੀ ਸੇਵਾ ਕਰਦੀਆਂ ਹਨ। ਭਾਈ ਪਾਰੋ ਜੀ ਦੇ ਪਰਿਵਾਰ ਵਿੱਚ ਹੀ ਭਾਈ ਨਰੈਣ ਦਾਸ ਜੀ ਹੋਏ ਹਨ, ਜਿਨ੍ਹਾਂ ਦੀ ਪੁੱਤਰੀ ਮਾਤਾ ਦਮੋਦਰੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਹੁੰਦਾ ਹੈ। ਅੱਗੇ ਚੱਲ ਕੇ ਭਾਈ ਪਾਰੋ ਜੀ ਦੇ ਖਾਨਦਾਨ ਵਿੱਚੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਭਾਈ ਦਇਆ ਸਿੰਘ ਜੀ ਹੋਏ ਹਨ, ਜੋ 5 ਪਿਆਰਿਆਂ ਵਿੱਚੋਂ ਇੱਕ ਸਨ। ਆਪਾਂ ਅੱਜ ਦੀ ਆਪਣੀ ਇਸ ਵੀਡੀਓ ਦੀ ਸ਼ੁਰੂਆਤ ਵਿੱਚ ਮਾਈ ਮੱਥੋ ਦੀ ਗੱਲ ਕੀਤੀ ਸੀ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਿੱਖ ਧਰਮ ਦੀ ਪਹਿਲੀ ਪ੍ਰਚਾਰਕ ਬੀਬੀ ਵਜੋਂ ਥਾਪਿਆ ਸੀ ਮੰਜੀ ਪ੍ਰਥਾ ਵੇਲੇ। ਤੇ ਹੁਣ ਭਾਈ ਪਾਰੋ ਜੀ ਦੀ ਸਾਖੀ ਵੇਲੇ ਆਪਾਂ ਦੇਖਦੇ ਹਾਂ ਅੱਲਾ ਯਾਰ ਨੂੰ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮੰਜੀ ਪ੍ਰਥਾ ਵੇਲੇ ਮੰਜੀਦਾਰ ਥਾਪਿਆ ਸੀ। ਆਖਰ ਇਹ ਮੰਜੀ ਪ੍ਰਥਾ ਕੀ ਸੀ ਤੇ ਕੀ ਸਨ ਮੰਜੀਦਾਰਾਂ ਦੇ ਕੰਮ? ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਦੇਸ਼ ਨੂੰ 22 ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਦੇਸ਼ ਦੇ ਇਹਨਾਂ 22 ਹਿੱਸਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਸਾਹਿਬ ਨੇ 94 ਮਰਦਾਂ ਅਤੇ 52 ਔਰਤਾਂ ਨੂੰ ਚੁਣਿਆ। ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਚੁਣੇ ਗਏ ਇਹਨਾਂ ਮਰਦਾਂ ਅਤੇ ਔਰਤਾਂ ਵਿੱਚੋਂ ਮਰਦਾਂ ਨੂੰ ਮੰਜੀਦਾਰ ਅਤੇ ਔਰਤਾਂ ਨੂੰ ਪੀੜੀਦਾਰ ਕਿਹਾ ਜਾਂਦਾ ਸੀ। ਸਿੱਖੀ ਦੇ ਪ੍ਰਚਾਰ ਵਾਸਤੇ ਮੰਜੀਦਾਰ ਜਾਂ ਪੀੜੀਦਾਰ ਉਹਨਾਂ ਨੂੰ ਚੁਣਿਆ ਜਾਂਦਾ ਸੀ ਜਿਨ੍ਹਾਂ ਦਾ ਜੀਵਨ ਤੇ ਆਚਰਣ ਕਾਫੀ ਉੱਚਾ ਸੁੱਚਾ ਹੁੰਦਾ ਸੀ, ਜੋ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ, ਪ੍ਰੇਮ ਤੇ ਸੇਵਾ ਭਾਵਨਾ ਰੱਖਦੇ ਸਨ। ਇਹਨਾਂ ਦਾ ਮੁੱਖ ਕੰਮ ਹੁੰਦਾ ਸੀ ਸਿੱਖੀ ਦਾ ਪ੍ਰਚਾਰ ਕਰਨਾ, ਸੰਗਤਾਂ ਦੇ ਸ਼ੰਕੇ ਦੂਰ ਕਰਨੇ, ਉਹਨਾਂ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣੇ। ਮੰਜੀਦਾਰਾਂ ਨੂੰ ਜਾਂ ਪੀੜੀਦਾਰਾਂ ਨੂੰ ਸਾਲ ਵਿੱਚ 2 ਵਾਰੀ ਭਾਵ ਕਿ 6 ਮਹੀਨੇ ਬਾਅਦ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਨੂੰ ਮਿਲਣ ਵਾਸਤੇ ਆਉਣਾ ਪੈਂਦਾ ਸੀ। ਸੰਗਤ ਵੱਲੋਂ ਪੁੱਛੇ ਗਏ ਸਵਾਲ ਜਾਂ ਕੀਤੇ ਗਏ ਸ਼ੰਕੇ ਜਿਨ੍ਹਾਂ ਦਾ ਜਵਾਬ ਮੰਜੀਦਾਰ ਜਾਂ ਪੀੜੀਦਾਰ ਨਹੀਂ ਸਨ ਦੇ ਸਕਦੇ, ਉਹ 6 ਮਹੀਨੇ ਬਾਅਦ ਆ ਕੇ ਗੁਰੂ ਸਾਹਿਬ ਨੂੰ ਪੁੱਛਦੇ ਸਨ ਤੇ ਵਾਪਸ ਜਾ ਕੇ ਫਿਰ ਸੰਗਤਾਂ ਨੂੰ ਦੱਸਦੇ ਸਨ। ਇਸ ਤੋਂ ਇਲਾਵਾ ਇਹਨਾਂ ਦਾ ਇੱਕ ਕੰਮ ਹੋਰ ਸੀ ਕਿ ਸੰਗਤ ਵੱਲੋਂ ਜੋ ਵੀ ਚੜਾਵਾ ਜਾਂ ਜੋ ਵੀ ਦਸਵੰਧ ਇਕੱਠਾ ਹੁੰਦਾ ਸੀ, ਉਹ ਆ ਕੇ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਜਮ੍ਹਾਂ ਕਰਵਾਉਣਾ ਹੁੰਦਾ ਸੀ। ਹੁਣ ਆਪਾਂ ਗੱਲ ਕਰਦੇ ਹਾਂ ਬੀਬੀ ਭਾਨੀ ਜੀ ਦੇ ਵਿਆਹ ਦੀ, ਕਿ ਉਹਨਾਂ ਦੇ ਵਿਆਹ ਦਾ ਸਬੱਬ ਗੁਰੂ ਰਾਮਦਾਸ ਜੀ ਨਾਲ ਕਿਵੇਂ ਬਣਿਆ। ਵੈਸੇ ਤਾਂ ਇਸ ਟੌਪਿਕ ਉੱਪਰ ਮੈਂ ਪਹਿਲਾਂ ਇੱਕ ਸ਼ਾਰਟ ਵੀਡੀਓ ਬਣਾ ਕੇ ਆਪਣੇ YouTube, Instagram ਤੇ Facebook ਚੈਨਲ ਤੇ ਅਪਲੋਡ ਕਰ ਚੁੱਕਾ, ਪਰ ਇਸ ਵੀਡੀਓ ਦੇ ਵਿੱਚ ਹੁਣ ਆਪਾਂ ਥੋੜੀ ਡਿਟੇਲ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ। ਅੱਜ ਗੁਰੂ ਅਮਰਦਾਸ ਜੀ ਆਪਣੇ ਨਿਵਾਸ ਸਥਾਨ ਚੁਬਾਰਾ ਸਾਹਿਬ ਵਿਖੇ ਬੈਠੇ ਹਨ ਤੇ ਉਹਨਾਂ ਦੀ ਧਰਮ ਪਤਨੀ ਮਾਤਾ ਮਨਸਾ ਦੇਵੀ ਜੀ ਉਹਨਾਂ ਦੇ ਕੋਲ ਆਉਂਦੇ ਹਨ। ਅੱਜ ਚੁਬਾਰੇ ਦੀ ਬਾਰੀ ਖੁੱਲੀ ਹੈ ਤੇ ਚੁਬਾਰੇ ਦੀ ਬਾਰੀ 'ਚੋਂ ਬਾਹਰ ਝਾਤੀ ਪੈਂਦਿਆਂ ਪਤਾ ਲੱਗਦਾ ਹੈ ਕਿ ਰਾਮਦਾਸ ਯਾਨੀ ਕਿ ਭਾਈ ਜੇਠਾ ਜੀ ਇੱਕ ਖੂਹ ਤੇ ਬੈਠੇ ਸੰਗਤਾਂ ਨੂੰ ਜਲ ਵਰਤਾਉਣ ਦੀ, ਜਲ ਛਕਾਉਣ ਦੀ ਸੇਵਾ ਕਰ ਰਹੇ ਹਨ। ਭਾਈ ਜੇਠਾ ਜੀ ਨੂੰ ਜਲ ਵਰਤਾਉਂਦਿਆਂ ਦੇਖ ਕੇ ਮਾਤਾ ਮਨਸਾ ਦੇਵੀ ਜੀ ਬਾਬਾ ਅਮਰਦਾਸ ਜੀ ਨੂੰ ਕਹਿੰਦੇ ਹਨ ਕਿ ਆਪਣੀ ਬੇਟੀ ਭਾਨੀ ਵਰਨਯੋਗ ਹੋ ਗਈ ਹੈ, ਉਸ ਦੇ ਲਈ ਕੋਈ ਯੋਗ ਵਰ ਲੱਭੀਏ ਤੇ ਮੈਂ ਚਾਹੁੰਦੀ ਹਾਂ ਕਿ ਜਿਹੜਾ ਯੋਗ ਵਰ ਹੋਵੇ ਉਹ ਜੇਠੇ ਵਰਗਾ ਹੋਵੇ, ਕਿਉਂਕਿ ਭਾਈ ਜੇਠਾ ਜੀ ਆ ਜਿਹੜੇ ਉਹ ਗੁਰੂ ਘਰ ਪ੍ਰਤੀ ਬਹੁਤ ਸ਼ਰਧਾ ਭਾਵਨਾ ਰੱਖਦੇ ਹਨ, ਕਿਰਤ ਕਰਦੇ ਹਨ, ਸੇਵਾ ਭਾਵਨਾ ਵਾਲੇ ਨੇ, ਦਿਆਲੂ ਨੇ। ਇਸ ਲਈ ਮਾਤਾ ਮਨਸਾ ਦੇਵੀ ਜੀ ਉਹਨਾਂ ਹੱਲ ਹੱਥ ਕਰਕੇ ਇਹ ਗੱਲ ਆਖਦੇ ਹਨ, ਪਰ ਬਾਬਾ ਅਮਰਦਾਸ ਜੀ ਅਜੇ ਜਵਾਬ ਵਿੱਚ ਕੁਝ ਨਹੀਂ ਬੋਲਦੇ। ਮਾਤਾ ਮਨਸਾ ਦੇਵੀ ਜੀ ਫਿਰ ਆਵਾਜ਼ ਦੇ ਕੇ ਕਹਿੰਦੇ ਹਨ ਕਿ ਮੈਂ ਕਹਿੰਦੀ ਹਾਂ ਆਪਣੀ ਬੇਟੀ ਭਾਨੀ ਵਰਨਯੋਗ ਹੋ ਗਈ ਹੈ, ਵਿਆਹ ਦੇ ਕਾਬਲ ਹੋ ਗਈ ਹੈ, ਸਾਨੂੰ ਉਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ, ਪਰ ਮੈਂ ਚਾਹੁੰਦੀ ਹਾਂ ਕਿ ਜਿਹੜਾ ਵਰ ਆ ਉਹ ਜੇਠੇ ਵਰਗਾ ਹੋਵੇ। ਤਾਂ ਬਾਬਾ ਅਮਰਦਾਸ ਜੀ ਮਾਤਾ ਮਨਸਾ ਦੇਵੀ ਜੀ ਦੀ ਗੱਲ ਦਾ ਜਵਾਬ ਦਿੰਦੇ ਕਹਿੰਦੇ ਹਨ ਕਿ ਜੇਠੇ ਵਰਗਾ ਤਾਂ ਫਿਰ ਜੇਠਾ ਹੀ ਹੋ ਸਕਦਾ ਹੈ, ਇਸ ਦੇ ਵਰਗਾ ਕੋਈ ਦੂਜਾ ਨਹੀਂ। ਇਸ ਤੋਂ ਬਾਅਦ ਬਾਬਾ ਅਮਰਦਾਸ ਜੀ ਭਾਈ ਜੇਠੇ ਜੀ ਦੇ ਬਿਨਾਂ ਕਿਸੇ ਜਾਤ ਪਾਤ ਦਾ ਪਤਾ ਕੀਤੇ, ਵਰਨ ਕੁਲ ਦਾ ਪਤਾ ਕੀਤਿਆਂ, ਉਹਨਾਂ ਦੇ ਖਾਨਦਾਨ ਦਾ ਪਤਾ ਕੀਤਿਆਂ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਉਹਨਾਂ ਦੇ ਨਾਲ ਕਰ ਦਿੰਦੇ ਹਨ। ਇਸੇ ਤਰ੍ਹਾਂ ਅੱਗੇ ਆਪਾਂ ਦੇਖਦੇ ਹਾਂ ਕਿ ਬੀਬੀ ਭਾਨੀ ਜੀ ਬਾਬਾ ਅਮਰਦਾਸ ਜੀ ਨੂੰ ਇਸ਼ਨਾਨ ਕਰਵਾ ਰਹੇ ਹੁੰਦੇ ਹਨ, ਤਾਂ ਦੇਖਦੇ ਹਨ ਕਿ ਜਿਸ ਪੀੜ੍ਹੀ ਉੱਪਰ ਬਾਬਾ ਅਮਰਦਾਸ ਜੀ ਬੈਠੇ ਹਨ ਉਸ ਦਾ ਇੱਕ ਪਾਵਾ ਟੁੱਟਣ ਵਾਲਾ ਹੈ, ਪਰ ਬਾਬਾ ਅਮਰਦਾਸ ਜੀ ਅਡੋਲ ਬੈਠੇ ਇਸ਼ਨਾਨ ਕਰ ਰਹੇ ਹੁੰਦੇ ਹਨ। ਤਾਂ ਬੀਬੀ ਭਾਨੀ ਜੀ ਸੋਚਦੇ ਹਨ ਕਿ ਜੇਕਰ ਪਾਵਾ ਇੱਕਦਮ ਟੁੱਟ ਗਿਆ ਤਾਂ ਕਿਤੇ ਬਾਬਾ ਅਮਰਦਾਸ ਜੀ ਡਿੱਗ ਨਾ ਪੈਣ, ਇਸ ਲਈ ਉਹ ਆਪਣਾ ਇੱਕ ਪੈਰ ਪਾਵੇ ਦੇ ਹੇਠਾਂ ਕਰ ਦਿੰਦੇ ਹਨ। ਪਾਵੇ ਦਾ ਜਿਹੜਾ ਕਿੱਲ ਹੁੰਦਾ ਹੈ ਉਹ ਬੀਬੀ ਭਾਨੀ ਜੀ ਦੇ ਪੈਰ ਵਿੱਚ ਖੁੱਭ ਜਾਂਦਾ ਹੈ, ਜਿਸ ਤੋਂ ਬਾਅਦ ਲਹੂ ਵਗਣਾ ਚਾਲੂ ਹੋ ਜਾਂਦਾ ਹੈ। ਜਦੋਂ ਬਾਬਾ ਅਮਰਦਾਸ ਜੀ ਦੀ ਝਾਤੀ ਵਗਦੇ ਪਾਣੀ ਤੇ ਪੈਂਦੀ ਹੈ ਤਾਂ ਦੇਖਦੇ ਹਨ ਕਿ ਪਾਣੀ ਦੇ ਵਿੱਚ ਲਹੂ ਰਲ ਕੇ ਆ ਰਿਹਾ ਹੈ।
ਪਾਣੀ ਵਿੱਚ ਘੁਲੇ ਹੋਏ ਲਹੂ ਨੂੰ ਦੇਖ ਕੇ ਬਾਬਾ ਅਮਰਦਾਸ ਜੀ ਇੱਕਦਮ ਉੱਠ ਕੇ ਖੜੇ ਹੋ ਜਾਂਦੇ ਹਨ ਤੇ ਜਦੋਂ ਪਿੱਛੇ ਮੁੜ ਕੇ ਦੇਖਦੇ ਹਨ ਤਾਂ ਬੀਬੀ ਭਾਨੀ ਜੀ ਦੇ ਪੈਰ ਨੂੰ ਪੀੜੀ ਥੱਲੇ ਦੇਖ ਕੇ ਉਹ ਕਹਿੰਦੇ ਹਨ ਕਿ ਬੇਟੀ ਅੱਜ ਤੇਰੀ ਸੇਵਾ ਤੋਂ ਅਸੀਂ ਬਹੁਤ ਪ੍ਰਸੰਨ ਹੋ ਗਏ ਹਾਂ, ਤੂੰ ਮੰਗ ਕੀ ਮੰਗਦੀ ਹੈ? ਤਾਂ ਬੀਬੀ ਭਾਨੀ ਜੀ ਕਹਿੰਦੇ ਹਨ ਕਿ ਪਿਤਾ ਜੀ ਆਪ ਜੀ ਦਾ ਦਿੱਤਾ ਹੈ ਬਹੁਤ ਕੁਝ ਹੈ, ਇਸ ਲਈ ਕਿਸੇ ਵੀ ਵਸਤੂ ਦੀ ਜ਼ਰੂਰਤ ਨਹੀਂ। ਪਰ ਬਾਬਾ ਅਮਰਦਾਸ ਜੀ ਫਿਰ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਾਂ, ਮੰਗੋ ਕੀ ਮੰਗਦੇ ਹੋ? ਤਾਂ ਬੀਬੀ ਭਾਨੀ ਜੀ ਕਹਿੰਦੇ ਹਨ ਕਿ ਪਿਤਾ ਜੀ ਜੇਕਰ ਕਿਰਪਾ ਦੇ ਘਰ ਵਿੱਚ ਆਏ ਹੋ ਤਾਂ ਆਪ ਜੀ ਇੱਕ ਵਾਅਦਾ ਕਰੋ ਕਿ ਹੁਣ ਗੱਦੀ ਘਰ ਵਿੱਚ ਰਹੇਗੀ, ਘਰ ਤੋਂ ਬਾਹਰ ਨਹੀਂ ਜਾਏਗੀ। ਸਮਾਂ ਹੌਲੀ ਹੌਲੀ ਆਪਣੀ ਚਾਲ ਚੱਲਦਾ ਹੋਇਆ ਅੱਗੇ ਵੱਧਦਾ ਹੈ। ਬੀਬੀ ਭਾਨੀ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿਸ ਦਾ ਨਾਮ ਅਰਜਨ ਦੇਵ ਰੱਖਿਆ ਜਾਂਦਾ ਹੈ। ਇੱਕ ਦਿਨ ਬਾਬਾ ਅਮਰਦਾਸ ਜੀ ਆਪਣੇ ਮੰਜੇ ਤੇ ਧਿਆਨ ਲਗਾ ਕੇ ਬੈਠੇ ਹੁੰਦੇ ਹਨ ਕਿ ਅਚਾਨਕ ਉਹਨਾਂ ਨੂੰ ਆਪਣਾ ਮੰਜਾ ਥੋੜਾ ਹਿਲਦਾ ਹੋਇਆ ਮਹਿਸੂਸ ਹੁੰਦਾ ਹੈ। ਤਾਂ ਬਾਬਾ ਅਮਰਦਾਸ ਜੀ ਅੱਖਾਂ ਖੋਲ੍ਹ ਕੇ ਵੇਖਦੇ ਹਨ ਤੇ ਪੁੱਛਦੇ ਹਨ ਕਿ ਇਹ ਬਾਲਕ ਕੌਣ ਹੈ ਜਿਸ ਨੇ ਸਾਡਾ ਮੰਜਾ ਹਿਲਾ ਦਿੱਤਾ? ਤਾਂ ਪਿੱਛੋਂ ਬੀਬੀ ਭਾਨੀ ਜੀ ਕਹਿੰਦੇ ਹਨ ਕਿ ਇਹ ਤੁਹਾਡਾ ਦੋਹਤਾ ਹੈ ਅਰਜਨ ਦੇਵ। ਬਾਬਾ ਅਮਰਦਾਸ ਜੀ ਬਾਲ ਅਰਜਨ ਦੇਵ ਜੀ ਨੂੰ ਗੋਦੀ ਚੁੱਕ ਲੈਂਦੇ ਹਨ ਤੇ ਬਚਨ ਕਰਦੇ ਹਨ ਕਿ ਦੋਹਤਾ ਬਾਣੀ ਕਾ ਬਹੁਤਾ, ਭਾਵ ਕਿ ਇਹ ਬਾਲਕ ਅੱਗੇ ਚੱਲ ਕੇ ਬਹੁਤ ਸਾਰੀ ਬਾਣੀ ਦੀ ਰਚਨਾ ਕਰੇਗਾ। ਸਮਾਂ ਨਿਰੰਤਰ ਆਪਣੀ ਚਾਲ ਚੱਲਦਾ ਗਿਆ। ਹੁਣ ਗੁਰੂ ਅਮਰਦਾਸ ਜੀ ਆਪਣਾ ਅਗਲਾ ਉੱਤਰਾਧਿਕਾਰੀ ਲੱਭ ਰਹੇ ਸਨ। ਇਸ ਦੇ ਲਈ ਉਹਨਾਂ ਨੇ ਆਪਣੇ ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਦੋਨਾਂ ਦੀ ਪ੍ਰੀਖਿਆ ਲੈਣੀ ਚਾਹੀ। ਇੱਕ ਦਿਨ ਗੁਰੂ ਸਾਹਿਬ ਨੇ ਆਪਣੇ ਦੋਨਾਂ ਜਵਾਈਆਂ ਨੂੰ ਬੁਲਾਇਆ ਤੇ ਕਿਹਾ ਕਿ ਸਾਡੇ ਬੈਠਣ ਵਾਸਤੇ 2 ਥੜੇ ਤਿਆਰ ਕੀਤੇ ਜਾਣ। ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੇ ਪੂਰਾ ਦਿਨ ਲਗਾ ਕੇ 2 ਥੜੇ ਤਿਆਰ ਕੀਤੇ ਤੇ ਜਦੋਂ ਗੁਰੂ ਅਮਰਦਾਸ ਜੀ ਨਾਲ ਥੜਿਆਂ ਨੂੰ ਦੇਖਣ ਵਾਸਤੇ ਗਏ ਤਾਂ ਜਾਂਦਿਆਂ ਹੀ ਕਹਿ ਦਿੱਤਾ ਕਿ ਇਹ ਥੜੇ ਸਾਡੀ ਇੱਛਾ ਮੁਤਾਬਕ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ ਤੇ ਦੁਬਾਰਾ ਬਣਾਉਣੇ ਸ਼ੁਰੂ ਕਰੋ। ਜਿਸ ਤੇ ਭਾਈ ਰਾਮਾ ਜੀ ਕਹਿਣ ਲੱਗੇ ਕਿ ਵੈਸੇ ਤਾਂ ਮੈਂ ਥੜਾ ਉਵੇਂ ਹੀ ਬਣਾਇਆ ਹੈ ਜਿਵੇਂ ਤੁਸੀਂ ਕਿਹਾ ਸੀ, ਪਰ ਫਿਰ ਜੇਕਰ ਤੁਹਾਨੂੰ ਨਹੀਂ ਚੰਗਾ ਲੱਗਾ ਤਾਂ ਕੋਈ ਗੱਲ ਨਹੀਂ, ਮੈਂ ਢਾਹ ਕੇ ਦੁਬਾਰਾ ਬਣਾ ਦਿੰਦਾ ਹਾਂ। ਇਸ ਤੋਂ ਬਾਅਦ ਵਾਰੀ ਜਦੋਂ ਭਾਈ ਜੇਠਾ ਜੀ ਦੀ ਆਈ ਤਾਂ ਉਹ ਕਹਿਣ ਲੱਗੇ ਕਿ ਮਹਾਰਾਜ ਮੇਰੀ ਮੱਤ ਥੋੜੀ ਹੈ, ਆਪ ਜੀ ਨੇ ਤਾਂ ਵਧੀਆ ਤਰੀਕੇ ਨਾਲ ਸਮਝਾਇਆ ਸੀ ਪਰ ਸ਼ਾਇਦ ਮੈਨੂੰ ਹੀ ਸਮਝ ਨਹੀਂ ਲੱਗੀ, ਇਸ ਲਈ ਮੈਨੂੰ ਮਾਫ ਕਰ ਦਿਓ ਤੇ ਮੈਂ ਦੁਬਾਰਾ ਤੋਂ ਕੋਸ਼ਿਸ਼ ਕਰਦਾ ਹਾਂ ਆਪ ਜੀ ਦੀ ਇੱਛਾ ਮੁਤਾਬਕ ਥੜਾ ਬਣਾਉਣ ਦੀ। ਇਸ ਤੋਂ ਬਾਅਦ ਫਿਰ ਅਗਲੇ ਦਿਨ ਦੋਨੋਂ ਹੀ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਥੜਾ ਬਣਾਉਣ ਵਿੱਚ ਜੁਟ ਜਾਂਦੇ ਨੇ। ਪੂਰਾ ਦਿਨ ਲਗਾ ਕੇ ਸ਼ਾਮ ਤੱਕ 2 ਥੜੇ ਤਿਆਰ ਕੀਤੇ ਜਾਂਦੇ ਹਨ ਤੇ ਫਿਰ ਗੁਰੂ ਅਮਰਦਾਸ ਜੀ ਨੂੰ ਬੁਲਾਇਆ ਜਾਂਦਾ ਹੈ। ਪਰ ਗੁਰੂ ਅਮਰਦਾਸ ਜੀ ਇਸ ਵਾਰ ਵੀ ਆਉਂਦੇ ਹੀ ਕਹਿ ਦਿੰਦੇ ਹਨ ਕਿ ਥੜੇ ਉਹ ਜਿਹੇ ਨਹੀਂ ਬਣੇ ਜਿਹੋ ਜਿਹੇ ਮੈਨੂੰ ਚਾਹੀਦੇ ਹਨ, ਇਸ ਲਈ ਇਹਨਾਂ ਨੂੰ ਢਾਹ ਦਿਓ ਤੇ ਫਿਰ ਦੁਬਾਰਾ ਬਣਾਓ। ਇਸ ਵਾਰ ਭਾਈ ਰਾਮਾ ਜੀ ਥੋੜਾ ਜਿਹਾ ਗੁੱਸੇ 'ਚ ਆ ਕੇ ਕਹਿੰਦੇ ਹਨ ਕਿ ਪਿਤਾ ਜੀ ਆਪ ਜੀ ਦੀ ਹੁਣ ਉਮਰ ਹੋ ਗਈ ਹੈ, ਆਪ ਜੀ ਜੋ ਸਵੇਰੇ ਦੱਸਦੇ ਹੋ ਸ਼ਾਮ ਤੱਕ ਮੈਨੂੰ ਲੱਗਦਾ ਕਿ ਤੁਸੀਂ ਭੁੱਲ ਜਾਂਦੇ ਹੋ, ਇਸ ਲਈ ਤੁਹਾਨੂੰ ਇਹ ਥੜੇ ਪਸੰਦ ਨਹੀਂ ਆ ਰਹੇ, ਪਰ ਚਲੋ ਕੋਈ ਨਹੀਂ, ਮੈਂ ਫਿਰ ਇੱਕ ਵਾਰ ਬਣਾ ਦਿੰਦਾ ਹਾਂ। ਤੇ ਉਧਰ ਦੂਜੇ ਪਾਸੇ ਜਦੋਂ ਭਾਈ ਜੇਠਾ ਜੀ ਕੋਲ ਜਾਇਆ ਜਾਂਦਾ ਹੈ ਤਾਂ ਭਾਈ ਜੇਠਾ ਜੀ ਕਹਿੰਦੇ ਹਨ ਕਿ ਮਹਾਰਾਜ ਬਖਸ਼ ਦਿਓ ਮੈਨੂੰ, ਸ਼ਾਇਦ ਮੇਰੀ ਅਕਲ ਤੇ ਪਰਦੇ ਪੈ ਚੁੱਕੇ ਨੇ, ਮੈਨੂੰ ਥੜਾ ਬਣਾਉਣ ਦੀ ਜਾਚ ਹੀ ਨਹੀਂ ਆ ਰਹੀ, ਆਪ ਜੀ ਕਿਰਪਾ ਕਰੋ, ਆਪ ਜੀ ਮੇਰੇ ਕੋਲ ਥੜਾ ਬਣਵਾਓ, ਮੈਂ ਇੰਨਾ ਸਮਰੱਥ ਨਹੀਂ ਕਿ ਆਪ ਜੀ ਦੀ ਇੱਛਾ ਮੁਤਾਬਕ ਥੜਾ ਬਣਾ ਸਕਾਂ। ਫਿਰ ਜਦੋਂ ਤੀਜਾ ਦਿਨ ਆਉਂਦਾ ਹੈ ਤਾਂ ਪੂਰਾ ਦਿਨ ਲਗਾ ਕੇ ਫਿਰ ਥੜੇ ਬਣਾਏ ਜਾਂਦੇ ਹਨ ਤੇ ਫਿਰ ਜਦੋਂ ਗੁਰੂ ਅਮਰਦਾਸ ਜੀ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਇਸ ਵਾਰ ਵੀ ਥੜੇ ਸਾਡੀ ਇੱਛਾ ਮੁਤਾਬਕ ਨਹੀਂ ਬਣੇ, ਇਹਨਾਂ ਨੂੰ ਢਾਹ ਦਿਓ ਤੇ ਦੁਬਾਰਾ ਬਣਾਓ ਇਹਨਾਂ ਨੂੰ। ਹੁਣ ਇਸ ਵਾਰ ਭਾਈ ਰਾਮਾ ਜੀ ਬਹੁਤ ਗੁੱਸੇ ਵਿੱਚ ਆ ਜਾਂਦੇ ਹਨ ਤੇ ਗੁਰੂ ਅਮਰਦਾਸ ਜੀ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਨ ਕਿ ਤੁਹਾਡੀ ਹੁਣ ਉਮਰ ਹੋ ਚੁੱਕੀ ਹੈ, ਤੁਹਾਨੂੰ ਸਮਝ ਹੀ ਨਹੀਂ ਲੱਗਦੀ, ਤੁਸੀਂ ਆਪਣੀ ਕਹੀ ਗੱਲ ਤੋਂ ਹੀ ਮੁੱਕਰ ਜਾਂਦੇ ਹੋ, ਸਵੇਰੇ ਕੁਝ ਦੱਸਦੇ ਹੋ, ਸ਼ਾਮ ਨੂੰ ਤੁਹਾਡੇ ਬਿਆਨ ਕੁਝ ਹੋਰ ਹੁੰਦੇ ਨੇ। ਭਾਈ ਰਾਮਾ ਜੀ ਗੁੱਸੇ ਵਿੱਚ ਗੁਰੂ ਅਮਰਦਾਸ ਜੀ ਨੂੰ ਬਹੁਤ ਮਾੜਾ ਚੰਗਾ ਬੋਲਦੇ ਨੇ। ਉਧਰ ਜਦੋਂ ਦੂਜੇ ਪਾਸੇ ਭਾਈ ਜੇਠਾ ਜੀ ਕੋਲ ਜਾਂਦੇ ਹਨ ਤਾਂ ਭਾਈ ਜੇਠਾ ਜੀ ਵਿਰਾਗ ਵਿੱਚ ਆ ਕੇ ਗੁਰੂ ਸਾਹਿਬ ਦੇ ਚਰਨ ਫੜ ਲੈਂਦੇ ਹਨ ਤੇ ਕਹਿੰਦੇ ਹਨ ਮਹਾਰਾਜ ਮੈਨੂੰ ਬਖਸ਼ ਦਿਓ, ਮੇਰੇ ਕੋਲੋਂ ਤੁਹਾਡੇ ਦੱਸੇ ਮੁਤਾਬਕ ਥੜਾ ਨਹੀਂ ਬਣ ਪਾ ਰਿਹਾ, ਮੇਰੀ ਅਕਲ ਬਹੁਤ ਥੋੜੀ ਹੈ, ਮੈਨੂੰ ਬਖਸ਼ ਲਿਓ ਮਹਾਰਾਜ। ਤੇ ਭਾਈ ਜੇਠਾ ਜੀ ਬਾਰ-ਬਾਰ ਮਾਫੀਆਂ ਮੰਗਦੇ ਹਨ। ਇਸ ਤੋਂ ਬਾਅਦ ਭਾਈ ਜੇਠਾ ਜੀ ਜਦੋਂ ਥੜੇ ਨੂੰ ਢਾਉਣ ਲੱਗਦੇ ਹਨ ਤਾਂ ਗੁਰੂ ਅਮਰਦਾਸ ਜੀ ਉਹਨਾਂ ਨੂੰ ਰੋਕ ਕੇ ਕਹਿੰਦੇ ਹਨ ਕਿ ਰਹਿਣ ਦਿਓ, ਥੜਾ ਬਹੁਤ ਵਧੀਆ ਬਣਿਆ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪਣੇ ਦੋਨਾਂ ਜਵਾਈਆਂ ਦੀ ਪ੍ਰੀਖਿਆ ਲੈ ਕੇ ਭਾਈ ਜੇਠਾ ਜੀ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਬਣਾਇਆ ਤੇ ਉਹਨਾਂ ਨੂੰ ਗੁਰਗੱਦੀ ਦੇ ਕੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਜੀ ਕਹਿ ਕੇ ਨਵਾਜਿਆ। ਗੁਰੂ ਅਮਰਦਾਸ ਜੀ 1574 ਈਸਵੀ ਦੇ ਵਿੱਚ 95 ਸਾਲ ਦੀ ਆਯੂ ਨੂੰ ਭੋਗ ਕੇ ਜੋਤੀ ਜੋਤ ਸਮਾ ਗਏ ਸਨ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਜੋ ਆਖਰੀ ਬਚਨ ਕਹੇ ਸਨ, ਉਹਨਾਂ ਦਾ ਕਹਿਣਾ ਸੀ ਕਿ ਸਾਡੇ ਜਾਣ ਤੋਂ ਬਾਅਦ ਕੋਈ ਵੀ ਰੁਦਨ ਨਹੀਂ ਕਰੇਗਾ, ਭਾਵ ਕਿ ਕੋਈ ਵੀ ਰੋਏਗਾ ਨਹੀਂ, ਸਗੋਂ ਸਾਡੇ ਜਾਣ ਤੋਂ ਬਾਅਦ ਨਾਮ ਬਾਣੀ ਦਾ ਸਿਮਰਨ ਕੀਤਾ ਜਾਵੇ, ਕੀਰਤਨ ਕੀਤਾ ਜਾਵੇ, ਸੰਗਤ ਕੀਤੀ ਜਾਵੇ, ਸਾਨੂੰ ਕੋਈ ਵੀ ਵੱਡਾ ਨਹੀਂ ਕਰੇਗਾ, ਕੋਈ ਘੜਾ ਨਹੀਂ ਭੰਨੇਗਾ, ਅਜਿਹੇ ਵਹਿਮ ਭਰਮ ਕਰਮਕਾਂਡ ਨਹੀਂ ਕਰਨੇ। ਸੋ ਇਹ ਸੀ ਗੁਰੂ ਅਮਰਦਾਸ ਜੀ ਦਾ ਸੰਪੂਰਨ ਜੀਵਨ, ਜਿਸ ਨੂੰ ਅਸੀਂ 3 ਵੀਡੀਓ ਬਣਾ ਕੇ ਆਪ ਜੀ ਦੇ ਸਾਹਮਣੇ ਪੇਸ਼ ਕਰਨ ਦੀ ਤੁੱਛ ਜਿਹੀ ਕੋਸ਼ਿਸ਼ ਕੀਤੀ ਹੈ। ਜੇਕਰ ਗੱਲ ਕੀਤੀ ਜਾਵੇ ਗੁਰੂ ਅਮਰਦਾਸ ਜੀ ਦੀਆਂ ਯਾਤਰਾਵਾਂ ਦੀ ਤਾਂ ਗੁਰੂ ਅਮਰਦਾਸ ਜੀ ਕੁਰੂਕਸ਼ੇਤਰ ਗਏ ਸਨ, ਜਮਨਾ ਨਦੀ ਦੇ ਕੰਢੇ ਤੇ ਗਏ ਸਨ, ਗੰਗਾ ਨਦੀ ਦੇ ਕੰਢੇ ਗਏ ਸਨ। ਵਿਸਾਖ ਮਹੀਨੇ ਵਿੱਚ ਲੱਗਣ ਵਾਲੇ ਇੱਥੇ ਮੇਲੇ ਤੇ ਹੋਰ ਧਾਰਮਿਕ ਸਮਾਗਮ ਜਿਨ੍ਹਾਂ ਵਿੱਚ ਵੱਡਾ ਇਕੱਠ ਹੁੰਦਾ ਸੀ, ਗੁਰੂ ਅਮਰਦਾਸ ਜੀ ਉੱਥੇ ਪਹੁੰਚਦੇ ਸਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖੀ ਦਾ ਪ੍ਰਚਾਰ ਕਰਕੇ ਸਿੱਖੀ ਨਾਲ ਜੋੜਿਆ ਜਾ ਸਕੇ। ਇੱਥੋਂ ਇੱਕ ਗੱਲ ਇਹ ਵੀ ਸਪਸ਼ਟ ਹੁੰਦੀ ਹੈ ਕਿ ਬੇਸ਼ੱਕ ਗੁਰੂ ਅਮਰਦਾਸ ਜੀ ਦੀ ਉਮਰ ਕਾਫੀ ਵਡੇਰੀ ਸੀ,
ਪਰ ਫਿਰ ਵੀ ਉਹਨਾਂ ਦੀ ਉਮਰ ਦਾ ਉਹਨਾਂ ਦੇ ਸਰੀਰ ਉੱਪਰ ਕੋਈ ਪ੍ਰਭਾਵ ਨਹੀਂ ਸੀ ਪੈਂਦਾ। ਤਾਂ ਹੀ ਤਾਂ ਇੰਨੀ ਵਡੇਰੀ ਉਮਰ ਦੇ ਵਿੱਚ ਵੀ ਗੁਰੂ ਅਮਰਦਾਸ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਯਾਤਰਾਵਾਂ ਕਰਦੇ ਰਹਿੰਦੇ ਸਨ। ਯਾਤਰਾਵਾਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਗੋਂਦਵਾਲ ਸਾਹਿਬ ਵਿਖੇ ਰਹਿ ਕੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ, ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ, ਜਿਨ੍ਹਾਂ ਵਿੱਚੋਂ ਮੁੱਖ ਹੈ ਸ਼੍ਰੀ ਆਨੰਦ ਸਾਹਿਬ। ਸ਼੍ਰੀ ਆਨੰਦ ਸਾਹਿਬ ਦੀ ਬਾਣੀ ਇੱਕ ਅਜਿਹੀ ਬਾਣੀ ਹੈ ਜੋ ਸਿੱਖ ਪਰਿਵਾਰਾਂ ਵਿੱਚ ਹਰ ਖੁਸ਼ੀ ਗਮੀ ਦੇ ਮੌਕੇ ਤੇ ਪੜ੍ਹੀ ਜਾਂਦੀ ਹੈ। ਵੀਡੀਓਜ਼ ਦੇ ਇਹਨਾਂ ਤਿੰਨਾਂ ਭਾਗਾਂ ਵਿੱਚ ਅਸੀਂ ਜਿੰਨੀਆਂ ਵੀ ਸਾਖੀਆਂ ਜਾਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ, ਇਸ ਤੋਂ ਇਲਾਵਾ ਵੀ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਬਹੁਤ ਸਾਰੀਆਂ ਸਾਖੀਆਂ ਜਾਂ ਘਟਨਾਵਾਂ ਹਨ, ਜਿਨ੍ਹਾਂ ਨੂੰ ਅਸੀਂ ਸਮੇਂ-ਸਮੇਂ ਤੇ ਰੀਲਸ ਜਾਂ ਸ਼ਾਰਟਸ ਦੇ ਰੂਪ ਵਿੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ। ਫਿਰ ਵੀ ਵੀਡੀਓ ਬਣਾਉਣ ਲੱਗਿਆਂ, ਗੁਰੂ ਸਾਹਿਬ ਦੇ ਜੀਵਨ ਦੀ ਸਾਂਝ ਪਾਉਣ ਲੱਗਿਆਂ, ਸਾਖੀਆਂ ਸੁਣਾਉਣ ਲੱਗਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ। ਆਪ ਜੀ ਸੰਗਤ ਬਖਸ਼ਣਹਾਰ ਹੋ, ਗੁਰੂ ਸਾਹਿਬ ਬਖਸ਼ਣਹਾਰ ਨੇ। ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਜੀ। ਤੇ ਜੇ ਵੀਡੀਓ ਵਧੀਆ ਲੱਗੀ, ਤਿੰਨੇ ਭਾਗ ਵਧੀਆ ਲੱਗੇ ਤੇ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਵੇਂ ਲੱਗੀਆਂ ਵੀਡੀਓ ਸਾਡੀਆਂ ਤੁਹਾਨੂੰ ਇਹ। ਧੰਨਵਾਦ।